9 ਸਾਲ ਬੀਤ ਚੁੱਕੇ ਨੇ 2015 ਤੋਂ 2024 ਦਾ ਜੇਕਰ ਆਪਾਂ ਪੈਂਡਾ ਤੈਅ ਕਰੀਏ ਤਾਂ ਸਰਕਾਰਾਂ ਵੀ 3 ਬਦਲ ਗਈਆਂ ਵਿੱਚੋਂ ਦੀ ਤੇ 4 ਮੁੱਖ ਮੰਤਰੀ ਬਦਲ ਗਏ ਨੇ ਜੀ। ਸਿੱਖ ਕੌਮ ਨੂੰ ਕਿਤੇ ਇਨਸਾਫ ਮਿਲਿਆ? ਸਿੱਖ ਕੌਮ ਨੂੰ ਜਿਹੜਾ ਇਨਸਾਫ ਹੈ ਉਹ ਮੈਨੂੰ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਹੀ ਹਮੇਸ਼ਾ ਮਿਲਦਾ ਰਿਹਾ, ਕਿਉਂਕਿ ਇਨਸਾਫ ਕਰਨ ਦੇ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਵਾਅਦੇ ਕਰਨ ਵਾਲੇ ਲੋਕ ਨੇ ਜੀ, ਉਹਨਾਂ ਨੇ ਤਾਂ ਏਡੇ ਸੈਂਸਿਟਿਵ ਮੁੱਦੇ ਨੂੰ ਸਿਰਫ ਤੇ ਸਿਰਫ ਇੱਕ ਸਿਆਸੀ ਰੋਟੀਆਂ ਸੇਕਣ ਤੱਕ ਸੀਮਿਤ ਰੱਖਿਆ। ਪਰ ਇਹੋ ਜਿਹੇ ਬੰਦਿਆਂ ਤੋਂ ਪੁੱਛਗਿੱਛ ਨਹੀਂ ਹੋਈ ਜਦੋਂ ਚੱਡੇ ਪਾੜੇ ਗਏ, ਸਾਡੇ ਸਿੱਖ ਨੌਜਵਾਨਾਂ ਦੇ ਪਾੜੇ ਗਏ, ਸਾਡੇ ਬੇਕਸੂਰ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਕਹਿਰ ਢਾਇਆ ਗਿਆ। ਮਾਜੀ ਸਾਹਿਬ, ਜਿਵੇਂ ਕਾਫੀ ਵਾਦ ਵਿਵਾਦ ਦੇ ਵਿੱਚ ਵੀ ਰਹੇ ਹੋ ਤੁਸੀਂ, ਉਦੋਂ ਕਹਿੰਦੇ ਕਿ ਤੁਸੀਂ ਸਰਸੇ ਵਾਲੇ ਦੇ ਜਿਹੜੇ ਉਹਨਾਂ ਦੇ ਲੋਕਟ ਵਗੈਰਾ ਸੀਗੇ ਉਹ ਵੀ ਲਾਹਤੇ ਸੀ ਪ੍ਰੇਮੀਆਂ ਨੇ ਉਦੋਂ। ਤਾਂ ਇਹ ਮੈਨੂੰ ਆਪਣੇ ਆਪ ਦੇ ਵਿੱਚ ਤਾਂ ਕੁਛ ਨਹੀਂ ਲੱਗਦਾ ਕਿ ਮੈਂ ਕੋਈ ਖਾਸ ਕੁਛ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੋਈ ਜਦੋਂ ਉੱਥੇ ਗੁਰਬਾਣੀ, ਇਤਿਹਾਸ, ਵਿਰਸੇ ਦੀ ਗੱਲ ਹੋਈ ਤਾਂ ਲੋਕ ਜਿਹੜੇ ਧਾਗੇ ਤਵੀਤ ਪਾਏ ਹੁੰਦੇ ਸੀਗੇ ਉਹ ਸਾਰੇ ਤੋੜ ਕੇ ਉੱਥੇ ਸੁੱਟ ਜਾਂਦੇ ਹੁੰਦੇ ਸੀ। ਜਦੋਂ ਬਹੁਤ ਸਾਰੇ ਪਿੰਡਾਂ 'ਚ ਇਹ ਵਾਪਰਿਆ ਸੀਗਾ। ਜਿਵੇਂ ਹੁਣ ਅਕਾਲੀ ਦਲ ਵੀ ਦੁਫਾੜ ਹੋਇਆ, ਅਕਾਲੀ ਦਲ ਦੇ ਜਿਹੜਾ ਬਾਗੀ ਧੜਾ ਉਹ ਕਹਿੰਦਾ ਕਿ ਵੀ ਜਿਹੜੀਆਂ ਗਲਤੀਆਂ ਗੁਨਾਹ ਹੋਏ ਨੇ ਉਹਨਾਂ ਦੀ ਮਾਫੀ ਮੰਗੇ ਸੁਖਬੀਰ ਬਾਦਲ। ਅਜਿਹੀਆਂ ਗੱਲਾਂ ਹੋ ਰਹੀਆਂ ਨੇ। ਕੀ ਹੁਣ ਅਕਾਲੀ ਦਲ ਦਾ ਬਾਗੀ ਹੋਣਾ ਜਾਂ ਦੁਫਾੜ ਹੋਣਾ ਇਹ ਵੀ ਉਹੀ ਕਾਰਨ? ਇਹ ਸਾਰੇ ਜਿਹੜੇ ਬੰਦੇ ਨੇ, ਜਿਹੜਾ ਅਕਾਲੀ ਦਲ, ਦੇਖੋ ਅਕਾਲੀ ਹੋਣਾ ਤੇ ਇੱਕ ਸਿਆਸੀ ਪਾਰਟੀ ਅਕਾਲੀ ਦਲ 'ਚ ਹੋਣਾ ਬਿਲਕੁਲ ਵੱਖਰੀਆਂ ਵੱਖਰੀਆਂ ਗੱਲਾਂ ਨੇ। ਇਹਨਾਂ ਦਾ ਕੁਰਸੀਆਂ ਦਾ ਚੌਧਰਾਂ ਦਾ ਰੌਲਾ। ਹੁਣ 30 ਦੀ ਥਾਵੇਂ ਹੁਣ ਇਹ 15-15 ਦਾ ਗਰੁੱਪ ਬਣਾ ਕੇ, ਜੇ ਤਾਂ ਇਹ 30 ਬੰਦੇ ਇਕੱਠੇ ਹੈ ਫਿਰ ਰੌਲਾ ਪਾਉਂਦੇ ਪੰਥ ਪੂਰਾ ਇਕੱਠਾ ਚੜ੍ਹਦੀ ਕਲਾ 'ਚ ਹੈ। ਜੇ 30 ਬੰਦਿਆਂ ਦੇ 2 ਗਰੁੱਪ ਬਣ ਗਏ, ਅੱਡੋ ਪਾਰਟੀ ਹੋ ਗਏ ਚੌਧਰਾਂ ਦੇ ਚੱਕਰ 'ਚ, ਹੁਣ ਪੰਥ 'ਚ ਫੁੱਟ ਪੈ ਗਈ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਕੀ ਇਹ 15 ਬੰਦੇ 30 ਬੰਦੇ ਇਹੀ ਪੰਥ ਨਹੀਂ ਜੀ? ਤੁਸੀਂ ਮੈਨੂੰ ਦੱਸੋ, ਤੁਸੀਂ ਗੱਡੀ ਦਾ ਡਰਾਈਵਰ ਰੱਖਦੇ ਹੋ, ਜਿਹੜੇ ਡਰਾਈਵਰ ਨੇ ਗੱਡੀ ਦਾ 20 ਵਾਰੀ ਐਕਸੀਡੈਂਟ ਕਰਤਾ ਹੋਵੇ ਪਹਿਲਾਂ, ਹੁਣ ਉਹਨੂੰ ਦੁਬਾਰਾ ਡਰਾਈਵਰ ਰੱਖੋਗੇ ਤੁਸੀਂ? ਜਿਹੜੀ ਮਾਫੀ ਵਾਲੀ ਚਿੱਠੀ ਲਿਖੀ ਜਾਂਦੀ ਆ, ਮਾਫੀ ਵਾਲੀ ਚਿੱਠੀ ਦੇ ਵਿੱਚ ਕਹਿੰਦੇ ਕਿ ਉਹ ਵੀ ਇੱਕ ਗੁੰਮਰਾਹ ਕੀਤਾ ਗਿਆ ਸੀ। ਇਹਨਾਂ ਨੇ ਬੜੀ ਪਲੈਨਿੰਗ ਨਾਲ ਸਾਰਾ ਕੁਝ ਕੀਤਾ, ਕਿਉਂਕਿ ਉਹ ਚਿੱਠੀ ਜਿਹੜੀ ਅਸਲ 'ਚ ਮਾਫੀ ਦੀ ਨਹੀਂ ਸੀ। ਸਰਸੇ ਵਾਲੇ ਸਾਧ ਨੇ ਤਾਂ ਸਪਸ਼ਟੀਕਰਨ ਦੀ ਚਿੱਠੀ ਭੇਜੀ ਸੀ। ਇਸ ਗੱਲ ਤੋਂ ਸਰਸੇ ਵਾਲਾ ਸਾਧ ਵੀ ਗੁੱਸੇ ਹੋ ਗਿਆ। ਮੈਂ ਖਿਮਾ ਕਿਵੇਂ ਮੰਗ ਸਕਦਾ, ਉਹਦੇ ਅੰਦਰ ਵੀ ਈਗੋ ਬਹੁਤ ਵੱਡੀ ਹੈ। ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੁੰਦਾ, ਇਹ 2 ਮਸਲੇ ਸੀ ਅੱਡੋ ਅੱਡ। ਇੱਕ ਗੋਲੀ ਕਾਂਡ, ਬਹਿਮਲ ਕਲਾਂ ਗੋਲੀ ਕਾਂਡ ਹੁੰਦਾ। ਇੱਕ ਕੋਟਕਪੂਰਾ ਦੇ ਵਿੱਚ 2 ਸਕੇ ਭਰਾਵਾਂ ਨੂੰ ਚੁੱਕਿਆ ਜਾਂਦਾ 5 ਗਰਾਈਆਂ ਜੀ। ਤੇ ਤੀਸਰਾ ਮਸਲਾ ਇਹ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੁਰਜ ਜਵਾਰਕੇ ਦੇ ਵਿੱਚੋਂ ਚੋਰੀ ਕਰਕੇ ਤੇ ਬੇਅਦਬੀ ਹੋਣੀ ਜੀ। ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਕਿਉਂ ਪੁਲਿਸ ਨੇ ਤਾਂ ਉਹੀ ਕੰਮ ਕਰਨਾ ਜੋ ਸਰਕਾਰ ਕਹਿੰਦੀ। ਬਾਦਲ ਸੁਖਬੀਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕਹਿਰ ਢਾਇਆ ਗਿਆ, ਮੈਂ ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਕਿ ਵਾਹਿਗੁਰੂ ਨੇ ਉਹਨਾਂ ਨੌਜਵਾਨਾਂ ਨੂੰ ਦ੍ਰਿੜਤਾ ਬਖਸ਼ੀ। ਸਾਰਾ ਪਿੰਡ ਇੱਕੋ ਮੋਰੀ ਲੰਘ ਗਿਆ। ਪਿੰਡ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਉਹਨਾਂ ਨੌਜਵਾਨਾਂ ਨਾਲ ਖੜ ਕੇ, ਸਰਪੰਚ ਨੇ ਵੀ ਕਿਹਾ ਹੈ ਸਾਡੇ ਮੁੰਡੇ ਇਹੋ ਜਿਹੇ ਨਹੀਂ ਹਨ। ਜੇ ਕਿਤੇ ਸਰਕਾਰ ਵੱਲੋਂ ਜਿਹੜੀ ਬੁਣੀ ਹੋਈ ਇਹ ਬਿਉਂਤ ਸੀ, ਇਹਦੇ ਵਿੱਚ ਸਰਕਾਰ ਸਫਲ ਹੋ ਜਾਂਦੀ, ਏਡਾ ਵੱਡਾ ਧੱਬਾ ਸਿੱਖ ਸਮਾਜ ਤੇ ਲੱਗ ਜਾਣਾ ਸੀ ਕਿ ਸਦੀਆਂ ਤੱਕ ਉਹ ਧੱਬਾ ਨਹੀਂ ਸੀ ਲੈਣਾ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਆ ਫੇਰ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਅੱਜ ਤੋਂ 9 ਸਾਲ 10 ਸਾਲ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਨੂੰ ਲੈ ਕੇ ਗੱਲਬਾਤ ਹੋਵੇਗੀ, ਕਿਉਂਕਿ ਉਸ ਵਕਤ ਜਿਨ੍ਹਾਂ ਲੋਕਾਂ ਨੇ ਤਸ਼ੱਦਦ ਝੱਲਿਆ ਉਹਨਾਂ ਲੋਕਾਂ ਦੇ ਨਾਲ ਅਸੀਂ ਲਗਾਤਾਰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਸਾਡੇ ਨਾਲ ਇਸ ਵਕਤ ਹਰਜਿੰਦਰ ਸਿੰਘ ਮਾਝੀ ਜਿਹੜੇ ਕਿ ਸਿੱਖ ਪ੍ਰਚਾਰਕ ਨੇ, ਕਥਾਵਾਚਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ, ਜਿਵੇਂ 9 ਸਾਲ ਬੀਤ ਚੁੱਕੇ ਨੇ 2015 ਤੋਂ 2024 ਦਾ ਜੇਕਰ ਆਪਾਂ ਪੈਂਡਾ ਤੈਅ ਕਰੀਏ ਤਾਂ ਸਰਕਾਰਾਂ ਵੀ 3 ਬਦਲ ਗਈਆਂ ਵਿੱਚੋਂ ਦੀ ਤੇ 4 ਮੁੱਖ ਮੰਤਰੀ ਬਦਲ ਗਏ ਨੇ ਜੀ। ਸਿੱਖ ਕੌਮ ਨੂੰ ਕਿਤੇ ਇਨਸਾਫ ਮਿਲਿਆ? ਸਿੱਖ ਕੌਮ ਨੂੰ ਜਿਹੜਾ ਇਨਸਾਫ ਹੈ ਉਹ ਮੈਨੂੰ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਹੀ ਹਮੇਸ਼ਾ ਮਿਲਦਾ ਰਿਹਾ ਤੇ ਸਾਨੂੰ ਉਮੀਦ ਵੀ ਅਕਾਲ ਪੁਰਖ 'ਤੇ ਹੈ ਕਿ ਉਹਨਾਂ ਵੱਲੋਂ ਹੀ ਮਿਲਣਾ ਹੈ ਹਮੇਸ਼ਾ। ਤੇ ਜਿਹੜੇ, ਕਿਉਂਕਿ ਇਨਸਾਫ ਕਰਨ ਦੇ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਵਾਅਦੇ ਕਰਨ ਵਾਲੇ ਲੋਕ ਨੇ ਜੀ,
ਉਹਨਾਂ ਨੇ ਤਾਂ ਏਡੇ ਸੈਂਸਿਟਿਵ ਮੁੱਦੇ ਨੂੰ ਸਿਰਫ ਤੇ ਸਿਰਫ ਇੱਕ ਸਿਆਸੀ ਰੋਟੀਆਂ ਸੇਕਣ ਤੱਕ ਸੀਮਿਤ ਰੱਖਿਆ। ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਸੀਗਾ ਜਾਂ ਫਿਰ ਬਾਅਦ ਦੇ ਵਿੱਚ ਹੁਣ ਸਰਕਾਰ ਆ ਗਈ ਭਗਵੰਤ ਮਾਨ ਦੀ, ਇਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਬਿਲਕੁਲ ਡੱਕਾ ਵੀ ਨਹੀਂ ਤੋੜਿਆ ਜੀ। ਪੰਜਾਬ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਦੇ ਪੋਸਟਰ ਲੱਗਦੇ ਨੇ। ਹਾਲਾਂਕਿ ਨਵਾਂ ਇੰਟਰਵਿਊ ਜਿਹੜਾ ਕਿ ਥੋੜ੍ਹੇ ਦਿਨ ਪਹਿਲਾਂ ਆਇਆ ਗਾ ਹਰਦੀਪ ਕਲੇਰ ਦਾ, ਉਹਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਂਦੇ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਚੋਰੀ ਹੋਇਆ ਜੀ ਗੁਰਜਵਾਰ ਸਿੰਘ ਵਾਲਾ ਤੋਂ, ਉਸ ਮੌਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਜਿਹੜੇ ਇਹ ਦਾਅਵਾ ਕਰਦੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਕੀੜੀ ਵੀ ਤੁਰਦੀ ਹੈ ਉਹ ਸਾਨੂੰ ਦਿਖਾਈ ਦਿੰਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਫਿਰ 24 ਸਤੰਬਰ ਨੂੰ ਜਿਹੜਾ ਸੀ ਪੋਸਟਰ ਲਾਏ ਗੁਰਜਵਾਰ ਸਿੰਘ ਵਾਲਾ ਤੇ ਬਰਗਾੜੀ, ਜਿਸ ਥਾਂ ਤੋਂ ਮਹਾਰਾਜ ਦਾ ਸਰੂਪ ਚੋਰੀ ਕੀਤਾ ਉਸ ਪਿੰਡ ਵਿੱਚ, ਤੇ ਜਿੱਥੇ ਉਹਨਾਂ ਨੇ ਅੰਕ ਖਿਲਾਰੇ ਉੱਥੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਾ ਕੇ ਅੱਗੇ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਕ ਖਿਲਾਰੇ। ਤਾਂ ਇਹ ਸਭ ਕੁਝ ਜਿਹੜਾ ਅਕਾਲੀ ਰਾਜ ਦੇ ਵਿੱਚ ਹੋਇਆ, ਹੁਣ ਉਹਨਾਂ ਵੱਲ ਮੂੰਹ ਕਰਨ ਦੀ ਥਾਂ ਤੇ ਜਿਹੜੇ ਬੇਅਦਬੀ ਕਰਨ ਵਾਲੇ ਨੇ, ਜਿਨ੍ਹਾਂ ਨੇ ਸਾਫ਼ ਪੋਸਟਰ ਦੇ ਵਿੱਚ ਦੱਸ ਦਿੱਤਾ, ਮੇਰੇ ਕੋਲੇ ਉਸ ਵਕਤ ਦਾ ਪੋਸਟਰ ਵੀ ਮੌਜੂਦ ਹੈਗਾ, ਕੀ ਕੁਝ ਉਹਦੇ ਵਿੱਚ ਲਿਖਿਆ ਹੋਇਆ, ਗਾਲਾਂ ਕੱਢੀਆਂ ਹੋਈਆਂ ਨੇ ਸਿੱਖਾਂ ਨੂੰ, ਤੇ ਤੁਹਾਡਾ ਵੱਡਾ ਮਹਾਰਾਜ ਸਾਡੇ ਕੋਲੇ ਹੈ, ਤੁਸੀਂ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਤੋਂ ਲੈ ਕੇ ਦਿਖਾਓ। ਇਹੋ ਜਿਹੀਆਂ ਜਿਹੜੀਆਂ ਗੱਲਾਂ ਸੀਗੀਆਂ ਕੀਤੀਆਂ ਹੋਈਆਂ ਸੀ, ਆਹ ਦੇਖੋ ਉੱਥੇ ਗਾਲਾਂ ਕੱਢੀਆਂ ਸ਼ਰੇਆਮ ਜੀ। ਤਾਂ ਇਹਦੇ ਬਾਵਜੂਦ ਵੀ ਉਹਨਾਂ ਬੰਦਿਆਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ, ਉਹਨਾਂ ਨੂੰ ਟੌਰਚਰ ਕਰਨਾ ਤਾਂ ਦੂਰ ਹੈ, ਉਹਨਾਂ ਸਰਸੇ ਵਾਲੇ ਪਾਸੇ ਮੂੰਹ ਹੀ ਨਹੀਂ ਕੀਤਾ ਇਹਨਾਂ ਨੇ। ਐਡੀਆਂ ਭੈੜੀਆਂ ਗਾਲਾਂ ਨੇ ਜਿਹੜੀਆਂ ਆਪਾਂ ਦੱਸ ਵੀ ਨਹੀਂ ਸਕਦੇ, ਮਤਲਬ ਬੋਲ ਕੇ। ਇੱਥੇ ਇੱਕ ਗੁਪਤ ਅੰਗ ਦੀ ਫੋਟੋ ਵੀ ਛਾਪੀ ਗਈ ਆ ਆਪਣੇ, ਉਹਨਾਂ ਨੇ ਆਹ ਦੇਖੋ, ਤੁਹਾਡੀ ਭੈਣ ਤੋਂ ਬਾਅਦ ਗਾਲ ਹੈ ਪੂਰੀ, ਤੇ ਨਾਲ ਆ ਕੀ ਕਰਿਆ ਹੋਇਆ ਸਾਰਾ ਕੁਝ ਜੀ। ਤੇ ਉਹਨਾਂ ਨੇ ਇਹ ਵੀ ਲਿਖਿਆ ਹੋਇਆ ਕਿ ਜੇ ਤੁਹਾਡੇ 'ਚ ਹਿੰਮਤ ਹੈਗੀ ਹੈ, ਤੁਸੀਂ ਆਹ ਦੇਖੋ ਲਿਖਿਆ, ਗੁਰੂ ਗ੍ਰੰਥ ਸਾਹਿਬ ਲੱਭਣ ਵਾਲੇ ਨੂੰ 10 ਲੱਖ ਦਾ ਨਗਦ ਇਨਾਮ ਸਲਾਬਤਪੁਰੇ ਡੇਰੇ 'ਚ ਦਿੱਤਾ ਜਾਵੇਗਾ। 2 ਵਾਰ ਇਹ ਗੱਲ ਉਹਨਾਂ ਨੇ ਆਪਣੇ ਇਸ ਪੋਸਟਰ 'ਚ ਲਿਖੀ ਹੈ ਜੀ। ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਹ ਪੋਸਟਰ ਜਾਰੀ ਕੀਤਾ ਸੀਗਾ, ਸਕੈਚ ਜਾਰੀ ਕੀਤਾ ਸੀ ਕਿ ਬੇਅਦਬੀ ਇਸ ਕਿਸਮ ਦੇ ਬੰਦੇ ਨੇ ਜਿਹੜੇ ਬੇਅਦਬੀ ਕਰਨ ਵਾਲੇ। ਪਰ ਇਹੋ ਜਿਹੇ ਬੰਦਿਆਂ ਤੋਂ ਪੁੱਛਗਿੱਛ ਨਹੀਂ ਹੋਈ। ਜਦੋਂ ਚੱਡੇ ਪਾੜੇ ਗਏ, ਸਾਡੇ ਸਿੱਖ ਨੌਜਵਾਨਾਂ ਦੇ ਪਾੜੇ ਗਏ, ਸਾਡੇ ਬੇਕਸੂਰ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਕਹਿਰ ਢਾਇਆ ਗਿਆ, ਤੇ ਇਸ ਤੋਂ ਬਾਅਦ ਫਿਰ ਜੋ ਕੁਝ ਉੱਥੇ ਕੋਟਕਪੂਰੇ ਹੋਇਆ, ਬਾਈਬਲ ਹੋਇਆ, ਉਹ ਤਾਂ ਸਭ ਦੇ ਧਿਆਨ ਵਿੱਚ ਹੈ। ਤਾਂ ਇਹਦੇ ਨਾਲ ਨਾਲ ਮੈਂ ਵੀ ਕਹੂੰਗਾ ਕਿ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਫੜਨ ਦੀ ਥਾਂ ਤੇ ਜਿਹੜੇ ਇਨਸਾਫ ਦੀ ਆਵਾਜ਼ ਬੁਲੰਦ ਕਰ ਰਹੇ ਸੀ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀ। ਮੇਰੇ ਵਰਗੇ ਬੰਦਿਆਂ ਤੇ ਆ ਮੇਰੇ ਕੋਲ ਸਾਰੀ FIR ਉਸ ਵਕਤ ਦੀ ਹੈਗੀ ਹੈ ਕਿ ਕਿਵੇਂ ਇਰਾਦਾ ਕਤਲ ਦੇ ਪਰਚੇ ਪਾਏ ਗਏ, ਤੇ ਸਾਡੇ ਘਰ ਦੇ ਵਿੱਚ ਤਾਂ ਖਾਸ ਤੌਰ ਤੇ ਮੈਨੂੰ ਟਾਰਗੇਟ ਕੀਤਾ ਗਿਆ। ਘਰ 'ਚ ਛਾਪੇਮਾਰੀ ਕਰਕੇ, ਉਦੋਂ ਮੈਂ ਘਰ ਨਹੀਂ ਸੀਗਾ, ਮੇਰੇ ਫਾਦਰ ਸਾਹਿਬ ਘਰ ਸੀ, ਉਹਨਾਂ ਨੂੰ ਕਾਲੇ ਪੀਲੀਏ ਦੀ ਤੇ ਢੂਹੀ ਦੀ ਪ੍ਰੋਬਲਮ ਚੱਲ ਰਹੀ ਸੀ। ਉਹਨਾਂ ਨੇ ਕਿਹਾ ਕਿ ਮੈਂ ਦਵਾਈ ਤਾਂ ਚੱਕ ਲਾਂ, ਪੁਲਿਸ ਆਈ, ਦਗੜ ਕਰਕੇ ਉਹਨਾਂ ਨੂੰ ਚੁੱਕ ਕੇ ਲੈ ਗਈ, ਜੇਲ੍ਹ 'ਚ ਭੇਜਤਾ ਬਿਨਾਂ ਕਿਸੇ ਕਾਰਨ ਤੋਂ। ਇੱਕ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾ ਰਿਹਾ ਸੀ। ਪਰ ਮੈਂ ਇਹ ਉਹਨਾਂ ਵੇਲਿਆਂ ਦੀ ਨਿਊਜ਼ ਹੈਗੀ ਹੈ ਜਿਹੜੀ ਕਿ ਵੀਡੀਓ ਵੀ ਮੇਰੀ YouTube ਤੇ ਪਈ ਹੈ। ਮੈਂ ਉਹਨਾਂ ਨੂੰ ਸਾਫ਼ ਕਹਿਤਾ ਸੀਗਾ ਕਿ ਬੇਸ਼ੱਕ ਮੇਰੇ ਸਾਰੇ ਪਰਿਵਾਰ ਨੂੰ ਜੇਲ੍ਹਾਂ 'ਚ ਡੱਕ ਦੇਣ, ਮੈਂ ਸੱਚ ਬੋਲਣਾ ਨਹੀਂ ਛੱਡਾਂਗਾ, ਵੀ ਇੱਦਾਂ ਨਹੀਂ ਵੀ ਸਾਰੇ ਬੰਦੇ ਤੁਹਾਡੇ ਤੋਂ ਇਸੇ ਤਰ੍ਹਾਂ ਦਬ ਜਾਣਗੇ, ਡਰ ਜਾਣਗੇ। ਤਾਂ ਇਹ ਸਾਰਾ ਕੁਝ ਵਾਪਰਦਾ ਰਿਹਾ। ਇਹਦੇ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਢਿੱਲੋਂ ਸਾਹਿਬ ਕਿ ਜਿਹੜਾ ਸਾਡੇ ਸੀ ਆਪਣਾ, ਜਦੋਂ ਮਹਾਰਾਜ ਦੇ ਦੀਵਾਨ ਲੱਗਦੇ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਛਤਰ ਛਾਇਆ ਦੇ ਹੇਠ, ਤਾਂ ਉਸ ਮੌਕੇ ਪ੍ਰਸ਼ਾਸਨ ਜਿਹੜਾ ਸੀਗਾ ਉਹ ਟੋਟਲੀ ਦੀਵਾਨਾਂ ਦੇ ਐਂਟੀ ਭੁਗਤਦਾ ਸੀ। ਜੇ ਪ੍ਰਬੰਧਕਾਂ ਨੇ ਕਿਸੇ ਨੇ ਦੀਵਾਨ ਰੱਖ ਲਈ ਤਾਂ ਉਹਨਾਂ ਪ੍ਰਬੰਧਕਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਕਿਉਂ ਇਹ ਦੀਵਾਨ ਰੱਖੇ ਨੇ, ਤੁਹਾਡਾ ਕੀ ਮਤਲਬ, ਇਹ ਦੀਵਾਨ ਕਿਉਂ ਕਰਵਾ ਰਹੇ ਹੋ। ਇੱਥੋਂ ਤੱਕ ਪ੍ਰੈਸ਼ਰ ਸੀ ਕਿ ਜੇ ਕਦੇ ਮੈਂ, ਪੱਕਾ ਪਿੰਡ ਹੈ ਫਰੀਦਕੋਟ ਜ਼ਿਲ੍ਹੇ ਦਾ, ਉੱਥੇ ਮੈਂ ਭਾਈ ਗੁਰਦਾਸ ਜੀ ਵੱਲੋਂ ਲਿਖੀ ਹੋਈ ਇੱਕ ਪੰਕਤੀ ਪੜ੍ਹੀ ਕਿ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਕਿ ਰੱਬ ਦੇ ਨਾਂ 'ਤੇ ਸਾਨੂੰ ਝਗੜਨਾ ਨਹੀਂ ਚਾਹੀਦਾ। ਇੰਨਾ ਸੁਣ ਕੇ ਪ੍ਰਸ਼ਾਸਨ ਜਿਹੜਾ ਚੱਲਦੇ ਦੀਵਾਨ ਦੇ ਵਿੱਚ ਆ ਗਿਆ, ਪੁਲਿਸ ਵਾਲੇ ਕਹਿੰਦੇ ਜੀ ਦੀਵਾਨ ਬੰਦ ਕਰੋ, ਤੁਸੀਂ ਰਾਮ ਰਹੀਮ ਦਾ ਨਾਮ ਕਿਵੇਂ ਲੈਤਾ। ਜੇ ਭਾਈ ਗੁਰਦਾਸ ਜੀ ਦੀ ਪੰਕਤੀ ਵਿੱਚ ਵੀ ਰਾਮ ਰਹੀਮ ਲਫ਼ਜ਼ ਆ ਗਿਆ, ਉਹ ਵੀ ਬੋਲਣ ਦੀ ਇਹ ਮਨਜ਼ੂਰੀ ਨਹੀਂ ਦੇ ਰਹੇ। ਦੇਖੋ ਹਾਲਾਤ ਕਿਹੋ ਜਿਹੇ ਆ।
ਮਾਝੀ ਸਾਹਿਬ ਜਿਵੇਂ ਕਾਫੀ ਵਾਦ ਵਿਵਾਦ ਦੇ ਵਿੱਚ ਵੀ ਰਹੇ ਹੋ ਤੁਸੀਂ, ਉਦੋਂ ਕਹਿੰਦੇ ਕਿ ਤੁਸੀਂ ਸਰਸੇ ਵਾਲੇ ਦੇ ਜਿਹੜੇ ਉਹਨਾਂ ਦੇ ਲੋਕਟ ਵਗੈਰਾ ਸੀਗੇ ਉਹ ਵੀ ਲਾਤੇ ਸੀ ਪ੍ਰੇਮੀਆਂ ਨੇ ਉਦੋਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀਰ ਜੀ, ਇੱਕ ਤਾਂ ਮੈਂ ਥੋੜ੍ਹੀ ਜਿਹੀ ਪੂਰੀ ਕਰਦਾ ਕਿ ਇਹਨਾਂ ਨੇ ਮੈਨੂੰ ਉਦੋਂ ਅਰੈਸਟ ਕਰਕੇ ਥਾਣੇ ਲੈ ਗਏ। ਦੀਵਾਨ 'ਚ ਸਿਰਫ ਇਹ ਕਿਹਾ ਕਿ ਰਾਮ ਰਹੀਮ ਕਹਾਣੀ ਦੇ ਇੱਕ ਨਾਮ ਦੋ ਰਾਹ ਭੁਲਾਣੇ। ਸੰਗਤ ਫਿਰ ਸਾਰੀ ਉੱਥੇ ਪਹੁੰਚ ਗਈ ਪਿੱਛੇ, ਫਿਰ ਇਹਨਾਂ ਨੂੰ ਛੱਡਣਾ ਪਿਆ। ਇਸੇ ਤਰ੍ਹਾਂ ਮਚਾਕੀ ਪਿੰਡ ਦੇ ਵਿੱਚ ਜਦੋਂ ਮੈਂ ਦੀਵਾਨ ਲਾ ਕੇ ਤੁਰਨ ਲੱਗਿਆ ਤਾਂ ਇੱਕ SHO ਕਹਿੰਦਾ ਸਾਡੇ ਇਲਾਕੇ 'ਚ ਵੜ ਕੇ ਦਿਖਾਈ, ਉਹਦੀ ਵੀਡੀਓ ਵੀ ਬਣ ਗਈ ਸੀ, ਹੋ ਸਕਦਾ ਕਿਸੇ ਨੈੱਟ 'ਤੇ ਵੀ ਪਈ ਹੋਵੇ। ਇਹੋ ਜਿਹੇ ਹਾਲਾਤ ਸੀ। ਜਿਹੜੀ ਤੁਸੀਂ ਗੱਲ ਲੋਕਟਾਂ ਵਾਲੀ ਕਰਦੇ ਹੋ ਤਾਂ ਇਹ ਕੁਦਰਤੀ ਹੈ। ਭਾਵੇਂ ਮੈਂ ਦੁਨੀਆ ਦੇ ਬਹੁਤ ਸਾਰੇ ਥਾਵਾਂ 'ਤੇ ਜਾ ਕੇ ਪ੍ਰਚਾਰ ਕੀਤਾ, ਫੋਰਨ 'ਚ ਵੀ ਕੀਤਾ, ਪਰ ਜ਼ਿਆਦਾ ਜਿਹੜਾ ਦੀਵਾਨ ਲੱਗਦੇ ਸੀ ਉਹ ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਸੰਗਰੂਰ ਇਹਨਾਂ ਜ਼ਿਲ੍ਹਿਆਂ 'ਚ ਲੱਗਦੇ ਸੀਗੇ। ਇਸ ਏਰੀਏ ਦੇ ਵਿੱਚ ਸੌਦਾ ਸਾਧ ਦਾ ਅਸਰ ਸੀ। ਤਾਂ ਇਹ ਮੈਨੂੰ ਆਪਣੇ ਆਪ ਦੇ ਵਿੱਚ ਤਾਂ ਕੁਛ ਨਹੀਂ ਲੱਗਦਾ ਕਿ ਮੈਂ ਕੋਈ ਖਾਸ ਕੁਛ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੋਈ ਜਦੋਂ ਉੱਥੇ ਗੁਰਬਾਣੀ, ਇਤਿਹਾਸ, ਵਿਰਸੇ ਦੀ ਗੱਲ ਹੋਈ ਤਾਂ ਲੋਕ ਜਿਹੜੇ ਧਾਗੇ ਤਵੀਤ ਪਾਏ ਹੁੰਦੇ ਸੀਗੇ ਉਹ ਸਾਰੇ ਤੋੜ ਕੇ ਉੱਥੇ ਸੁੱਟ ਜਾਂਦੇ ਹੁੰਦੇ ਸੀ। ਜਦੋਂ ਬਹੁਤ ਸਾਰੇ ਪਿੰਡਾਂ 'ਚ ਇਹ ਵਾਪਰਿਆ ਸੀਗਾ। ਜਦੋਂ ਪ੍ਰਬੰਧਕ ਸੀਗੇ ਉਹ ਦਰੀਆਂ ਇਕੱਠੀਆਂ ਕਰਦੇ ਸੀ, ਜਾਂ ਟੈਂਟਾਂ ਵਾਲੇ ਵੀਰ ਉਹ ਦੱਸਦੇ ਸੀ ਵੀ ਇੰਨੇ ਇੱਥੇ ਆ ਗਏ, ਇੱਥੋਂ ਇੰਨੇ ਜਿਹੜੇ ਧਾਗੇ ਤਵੀਤ ਲੱਭੇ ਨੇ। ਲੋਕਟ ਵੀ ਹੁੰਦੇ ਸੀ। ਜਿਹੜਾ ਏਰੀਆ ਸਰਸੇੜ ਦਾ ਹੋਊਗਾ ਉੱਥੇ ਕੁਦਰਤੀ ਹੈ ਕਿ ਲੋਕਟ ਲੋਕ ਵੱਧ ਪਾਉਣਗੇ, ਉੱਥੇ ਲੋਕਟ ਹੁੰਦੇ ਸੀਗੇ। ਤਾਂ ਇਹ ਕਹਿਣਾ ਜਿਹੜਾ ਹੈਗਾ ਕਿ ਉੱਥੇ ਲੋਕਟ ਲਹਾਏ ਗਏ ਇੱਕ ਵੱਖਰੀ ਗੱਲ ਹੈ। ਲੋਕਟ ਉਹਨਾਂ ਨੇ ਗੁਰਬਾਣੀ ਦੀ ਵਿਚਾਰ ਸੁਣ ਕੇ, ਸਾਡਾ ਇਤਿਹਾਸ ਸੁਣ ਕੇ ਆਪਣੇ ਆਪ ਤੋੜ ਕੇ ਸੁੱਟ ਦਿੱਤੇ, ਇੱਕ ਵੱਖਰੀ ਗੱਲ ਹੈ। ਇਸ ਤਰ੍ਹਾਂ ਦਾ ਕੁਛ ਨਹੀਂ ਸੀਗਾ ਕਿ ਉੱਥੇ ਕੋਈ ਪੱਕੀਆਂ ਸ਼ਰਤਾਂ ਸੀ ਕਿ ਤੁਸੀਂ ਲੋਕਟ ਤੋੜ ਕੇ ਪਹਿਲਾਂ ਬਾਹਰ ਸੁੱਟ ਕੇ ਅੰਦਰ ਵੜੋ। ਇਦਾਂ ਦਾ ਤਾਂ ਕੁਛ ਨਹੀਂ। ਆਪਾਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਾਂ ਅਤੇ ਇਹ ਸਾਡੀ ਪੁਰਾਤਨ ਸਿੱਖ ਹਿਸਟਰੀ ਵੀ ਹੈ। ਬਹੁਤ ਸਾਰੇ ਲੋਕ ਜਿਹੜੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਧੂੜ ਦਾ ਆਪਾਂ ਕਿਣਕਾ ਵੀ ਨਹੀਂ। ਤੁਸੀਂ ਵੇਖੋ ਕਿ ਭਾਈ ਬੈਲੋਂ, ਭਾਈ ਮੰਝ ਪਹਿਲਾਂ ਸਖੀ ਸਰਵਰੀਏ ਸੀਗੇ, ਉਹ ਬਾਅਦ ਦੇ ਵਿੱਚ ਗੁਰੂ ਪਾਤਸ਼ਾਹ ਦੇ ਏਡੇ ਮਹਾਨ ਸਿੱਖ ਬਣੇ ਕਿ ਗੁਰੂ ਪਾਤਸ਼ਾਹ ਨੇ ਭਾਈ ਬੈਲੋਂ ਸਭ ਤੋਂ ਪਹਿਲੋਂ ਕਿਹਾ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣਹਾਰਾ ਕਿਹਾ। ਉਹ ਏਡੀਆਂ ਵੱਡੀਆਂ ਪਦਵੀਆਂ ਪਾ ਗਏ। ਤਾਂ ਇਸੇ ਤਰ੍ਹਾਂ ਜਿਹੜੇ ਸਾਡੇ ਭੁੱਲੜ ਭੈਣ ਭਰਾ ਇਹੋ ਜਿਹੇ ਪਖੰਡੀਆਂ ਦੇ ਚੱਕਰ 'ਚ ਫਸੇ ਹੋਏ ਨੇ, ਜੇ ਉਹ ਲੋਕਟ ਤੋੜ ਕੇ, ਧਾਗੇ ਤਵੀਤ ਤੋੜ ਕੇ ਇੱਧਰਲੇ ਪਾਸੇ ਆ ਰਹੇ ਸੀਗੇ ਤਾਂ ਅਸੀਂ ਤਾਂ ਉਹਨਾਂ ਨੂੰ ਗਲੇ ਨਾਲ ਲਾਉਣਾ ਹੀ ਸੀ ਜੀ। ਤਾਂ ਉਹ ਬਹੁਤ ਵੱਡੇ ਪੱਧਰ 'ਤੇ ਇਹ ਕੰਮ ਹੁੰਦਾ ਰਿਹਾ। ਹੁਣ ਸਲਾਵਤਪੁਰਾ ਪਿੰਡ ਹੈ, ਸਾਡੇ ਗੁਰਸਿੱਖ ਵੀਰਾਂ ਨੇ ਉੱਥੇ ਬਹੁਤ ਮਿਹਨਤ ਕੀਤੀ। ਅੱਜ 200 ਬੰਦਾ ਜਿਹੜਾ ਅਰਥਾਂ ਸਮੇਤ ਗੁਰਬਾਣੀ ਪੜ੍ਹ ਚੁੱਕਿਆ। ਜਿੱਥੇ ਸਰਸੇੜ ਦਾ ਸਭ ਤੋਂ ਵੱਡਾ ਡੇਰਾ ਹੈ ਪੰਜਾਬ ਦੇ ਵਿੱਚ, ਉੱਥੇ 200 ਬੰਦਾ ਹੈ ਲਗਭਗ ਜਿਹੜੇ ਗੁਰਸਿੱਖ ਵੀਰ ਆਪ ਬਾਣੀ ਪੜ੍ਹਨ ਜਾਣਦੇ ਆ। ਸਾਰੇ ਗੁਰੂ ਗ੍ਰੰਥ ਸਾਹਿਬ ਦੀ ਅਰਥਾਂ ਸਮੇਤ ਸੰਥਿਆ ਕਰ ਚੁੱਕੇ ਆ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨਾ, ਬੁਰਜ ਜਵਾਰ ਕੇ ਤੋਂ, ਜਾਂ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ, ਅੰਗ ਪਾੜ ਕੇ ਗਲੀਆਂ ਦੇ ਵਿੱਚ ਸੁੱਟ ਦੇਣੇ, ਉਹ ਇਹੀ ਕਾਰਨ ਮੰਨਦੇ ਵੀ ਤੁਹਾਡੇ ਪ੍ਰਚਾਰ ਸੀ ਜਿਹੜਾ ਉਹ ਦਿਨੋਂ ਦਿਨ ਵੱਧ ਰਿਹਾ ਸੀ ਅਤੇ ਉਹਦਾ ਇੱਕ ਬਦਲਾ ਲਿੱਤਾ ਗਿਆ? ਨਹੀਂ, ਉਹ ਪਿੱਛੋਂ ਤੋਂ ਮੈਨੂੰ ਲੱਗਦਾ ਹੈ ਜੋ ਕੁਝ ਹੋ ਰਿਹਾ ਸੀ। ਦੇਖੋ, ਪਹਿਲੀ ਗੱਲ ਇਹਦੀਆਂ 2015 ਮੈਨੂੰ ਇਹ ਗੱਲ ਦੀ ਖੁਸ਼ੀ ਹੈ ਢਿੱਲੋਂ ਸਾਹਿਬ ਕਿ ਅੱਜ ਸਾਰੇ ਬੰਦੇ ਉਹ ਗੱਲ ਕਰ ਰਹੇ ਨੇ ਕਿ 2015 ਵਾਲੀ ਬੇਅਦਬੀ ਦੀਆਂ ਜੜ੍ਹਾਂ 2007 ਵਿੱਚ ਪਈਆਂ ਨੇ। ਪਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ, ਚਰਨਜੀਤ ਸਿੰਘ ਚੰਨੀ ਨੂੰ ਅਤੇ ਭਗਵੰਤ ਮਾਨ ਨੂੰ ਜਦੋਂ ਇਹ CM ਬਣਦੇ ਨੇ ਤਾਂ ਅਸੀਂ ਵਾਰ-ਵਾਰ ਪੱਤਰ ਲਿਖਦੇ ਰਹੇ ਹਾਂ, ਔਨ ਰਿਕਾਰਡ ਹੈ, ਮੀਡੀਆ 'ਚ ਵੀ ਦਿੰਦੇ ਰਹੇ ਹਾਂ ਕਿ ਜੀ ਜਿਹੜਾ ਬੇਅਦਬੀ ਦਾ ਇਸ਼ੂ ਹੈ ਇਹ 2015 ਤੋਂ ਸ਼ੁਰੂ ਨਾ ਕਰੋ, ਇਹ ਤਾਂ ਇਹਦੀਆਂ ਜੜ੍ਹਾਂ 2007 ਵਾਲੇ ਕੇਸ 'ਚ ਨੇ ਜਦੋਂ ਉਹਨੇ ਸਵਾਂਗ ਰਚਿਆ ਸੀਗਾ। 2007 ਵਿੱਚ ਜਦੋਂ ਸਵਾਂਗ ਰਚਿਆ ਗਿਆ ਤਾਂ 295 ਇਹਦਾ ਪਰਚਾ ਤਾਂ ਦਰਜ ਕੀਤਾ ਗਿਆ, ਪਰ ਉਹਦੇ 'ਤੇ ਪੁਲਿਸ ਦਾ ਚਲਾਨ ਪੇਸ਼ ਨਹੀਂ ਹੋਇਆ। ਤੁਸੀਂ ਦੇਖੋ, ਅਸਲ ਵਿੱਚ ਬਾਦਲਾਂ ਨੇ ਬੜੀ ਵੱਡੀ ਗੇਮ ਖੇਡੀ। 2007 ਦੇ ਵਿੱਚ ਪਰਚਾ ਦਰਜ ਹੋ ਗਿਆ। ਉਹ ਇਰਾਦਾ ਆਪਣੇ ਇਹਦੀ ਭਾਵਨਾਵਾਂ ਭਟਕਾਉਣ ਵਾਲਾ ਜਿਹੜਾ 295 ਇਹਦਾ ਪਰਚਾ, ਇਹਦੀ ਤਲਵਾਰ ਸੌਦਾ ਸਾਧ ਦੇ ਸਿਰ 'ਤੇ ਲਟਕਾ ਕੇ 2009 ਦੀਆਂ ਲੋਕ ਸਭਾ ਚੋਣਾਂ ਦੇ ਮੌਕੇ ਹਰਸਿਮਰਤ ਲਈ ਵੋਟਾਂ ਲਈਆਂ ਗਈਆਂ ਸਰਸੇ ਵਾਲੇ ਤੋਂ। ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਲਈਆਂ ਗਈਆਂ, ਉਹਦੇ ਤੋਂ 5 ਦਿਨ ਪਹਿਲਾਂ ਕੈਂਸਲੇਸ਼ਨ ਰਿਪੋਰਟ ਪਾਈ ਗਈ। ਜਦੋਂ 2014 ਤੱਕ ਚਲਾਨ ਪੇਸ਼ ਨਹੀਂ ਕੀਤਾ ਪੁਲਿਸ ਨੇ ਤਾਂ ਸਰਸੇ ਵਾਲੇ ਨੇ ਆਪਣਾ ਵਕੀਲ ਭੇਜਿਆ ਕੋਰਟ ਦੇ ਵਿੱਚ। ਉਹਨੇ ਕਿਹਾ ਕਿ ਜੀ ਮੇਰੇ ਖਿਲਾਫ ਤਾਂ ਪੁਲਿਸ ਚਲਾਨ ਹੀ ਨਹੀਂ ਪੇਸ਼ ਕਰ ਸਕੀ, 7 ਸਾਲ ਹੋ ਗਏ। ਤਾਂ ਉਸ ਕੇਸ ਦੇ ਵਿੱਚੋਂ ਨਿਕਲਿਆ। ਜਦੋਂ ਉਸ ਕੇਸ ਵਿੱਚੋਂ ਨਿਕਲਿਆ 2014 ਵਿੱਚ, ਉਹਦਾ ਐਡਾ ਹੌਸਲਾ ਪੈ ਗਿਆ ਕਿ ਉਹਨੇ ਪ੍ਰਦੀਪ ਕਲੇਰ, ਹਰਸ਼ ਧੂਰੀ, ਸੰਦੀਪ ਬਰੇਟਾ ਵਰਗੇ ਜਾਂ ਹੋਰ ਇਹੋ ਜਿਹੇ ਬੰਦੇ ਸੀਗੇ ਜਿੰਨੇ ਵੀ, ਇਹਨਾਂ ਦੀਆਂ ਡਿਊਟੀਆਂ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ। ਇਹ ਸਾਰਾ ਕੁਛ ਜਿਹੜਾ ਸੀਗਾ ਉਹਦੇ
ਉਹ 2007 ਵਾਲੇ ਕੇਸ ਚੋਂ ਨਿਕਲਣ ਕਰਕੇ ਉਹਦਾ ਹੌਸਲਾ ਬਣਿਆ। ਫਿਰ ਉਹਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਗਈ ਜਿਹੜੀ 24 ਸਤੰਬਰ ਨੂੰ ਦਿੱਤੀ ਗਈ ਆ ਤੇ ਉਹਦੇ ਹੌਸਲੇ ਜਿਹੜੇ ਬੁਲੰਦ ਹੋਏ ਇਸੇ ਕਰਕੇ ਉਹਨੇ ਕੀਤਾ। ਇਹ ਠੀਕ ਹੈ ਕਿ ਉਹਨਾਂ ਨੇ ਜਿਹੜਾ ਪ੍ਰਦੀਪ ਕਲੇਰ ਨੇ ਬਿਆਨ ਦਰਜ ਕਰਾਏ ਨੇ ਕਿ ਜੀ ਉੱਥੇ ਲੋਕਟ ਲਾ ਕੇ ਸੁੱਟ ਗਏ, ਸਾਨੂੰ ਗੁੱਸਾ ਆ ਗਿਆ, ਹਨੀਪ੍ਰੀਤ ਨੂੰ ਗੁੱਸਾ ਆ ਗਿਆ, ਤਾਂ ਇਹ ਵੀ ਇੱਕ ਗੱਲ ਉਹਦੇ ਨਾਲ ਐਡ ਹੋ ਗਈ। ਪਰ ਇਹ ਕਹਿਣਾ ਵੀ ਟੋਟਲੀ ਇਹ ਸੀਗਾ, ਮੈਨੂੰ ਨਹੀਂ ਲੱਗਦਾ ਵੀ ਟੋਟਲੀ ਇਹੀ ਗੱਲ ਸੀ। ਉਹ ਜਿਹੜੇ ਬਿਆਨ ਸੀ ਉਹ 164 ਦੇ ਸੀ, 164 ਦੇ ਉਹਨੇ ਬਿਆਨ ਦਿੱਤੇ ਨੇ, ਉਹ ਤਾਂ ਔਨ ਰਿਕਾਰਡ ਅਦਾਲਤ 'ਚ ਦਿੱਤੇ ਨੇ ਜੀ। ਜਿਵੇਂ ਹੁਣ ਅਕਾਲੀ ਦਲ ਵੀ ਦੁਫਾੜ ਹੋਇਆ, ਅਕਾਲੀ ਦਲ ਦੇ ਜਿਹੜਾ ਬਾਗੀ ਧੜਾ ਉਹ ਕਹਿੰਦਾ ਕਿ ਵੀ ਜਿਹੜੀਆਂ ਗਲਤੀਆਂ ਗੁਨਾਹ ਹੋਏ ਨੇ ਉਹਨਾਂ ਦੀ ਮਾਫੀ ਮੰਗੇ ਸੁਖਬੀਰ ਬਾਦਲ, ਅਜਿਹੀਆਂ ਗੱਲਾਂ ਹੋ ਰਹੀਆਂ ਨੇ। ਕੀ ਹੁਣ ਅਕਾਲੀ ਦਲ ਦਾ ਬਾਗੀ ਹੋਣਾ ਜਾਂ ਦੁਫਾੜ ਹੋਣਾ ਇਹ ਵੀ ਉਹੀ ਕਾਰਨ ਆ? ਇਹ ਸਾਰੇ ਜਿਹੜੇ ਬੰਦੇ ਨੇ, ਜਿਹੜਾ ਅਕਾਲੀ ਦਲ, ਦੇਖੋ ਅਕਾਲੀ ਹੋਣਾ ਤੇ ਇੱਕ ਸਿਆਸੀ ਪਾਰਟੀ ਅਕਾਲੀ ਦਲ 'ਚ ਹੋਣਾ ਬਿਲਕੁਲ ਵੱਖਰੀਆਂ ਵੱਖਰੀਆਂ ਗੱਲਾਂ ਨੇ। ਇੱਕ ਤਾਂ ਸਾਨੂੰ ਇਹ ਸਮਝ ਜ਼ਰੂਰ ਲੈਣਾ ਚਾਹੀਦਾ। ਅਕਾਲੀ ਦੀ ਪਰਿਭਾਸ਼ਾ ਭਾਈ ਕਾਹਨ ਸਿੰਘ ਨਾਭਾ ਨੇ ਦਿੱਤੀ ਹੋਈ ਹੈ, ਕਮਲ ਜਿਉਂ ਮਾਇਆ ਜਲ ਵਿੱਚ ਹੈ, ਅਲੇਪ ਸਦਾ ਸਭ ਦਾ ਸਨੇਹੀ ਚੱਲ ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ, ਸੁਆਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ, ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵਾ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ। ਇਹੋ ਜਿਹੇ ਅਕਾਲੀਆਂ ਦਾ ਅਸੀਂ ਅੱਜ ਵੀ ਸਤਿਕਾਰ ਕਰਦੇ ਹਾਂ ਤੇ ਅਸੀਂ ਇਹੋ ਜਿਹੇ ਅਕਾਲੀ ਬਣਨਾ ਲੋਚਦੇ ਹਾਂ। ਪਰ ਜਿਹੜਾ ਅਕਾਲੀ ਦਲ ਹੈ ਇਹ ਸਾਰੇ ਕਿੰਨੇ ਕੁ ਬੰਦੇ ਨੇ, ਮੇਨ ਲੀਡਰ ਜੇ ਤੁਸੀਂ ਗਿਣੋ ਕਿੰਨੇ ਹੋਣਗੇ, ਵੱਧ ਤੋਂ ਵੱਧ 30 ਬੰਦੇ ਨੇ। ਤਾਂ ਸਿੱਖਾਂ ਦੀ ਇੱਕ ਸਿਆਸੀ ਪਾਰਟੀ ਹੈ ਜਿਹੜੀ ਕਿ ਹੁਣ ਸਿੱਖੀ ਦੇ ਸਿਧਾਂਤਾਂ ਨੂੰ ਤਲਾਂਜਲੀ ਦੇ ਚੁੱਕੀ ਹੈ। ਟੋਟਲ 30 ਬੰਦੇ ਨੇ, ਇਹਨਾਂ ਦਾ ਕੁਰਸੀਆਂ ਦਾ ਚੌਧਰਾਂ ਦਾ ਰੌਲਾ। ਹੁਣ 30 ਦੀ ਥਾਵੇਂ ਹੁਣ ਇਹ 15-15 ਦਾ ਗਰੁੱਪ ਬਣਾ ਕੇ, ਜੇ ਤਾਂ ਇਹ 30 ਬੰਦੇ ਇਕੱਠੇ ਹੈ ਫਿਰ ਰੌਲਾ ਪਾਉਂਦੇ ਪੰਥ ਪੂਰਾ ਇਕੱਠਾ ਚੜ੍ਹਦੀ ਕਲਾ 'ਚ ਹੈ। ਜੇ 30 ਬੰਦਿਆਂ ਦੇ 2 ਗਰੁੱਪ ਬਣ ਗਏ, ਅੱਡੋ ਪਾਰਟੀ ਹੋ ਗਏ ਚੌਧਰਾਂ ਦੇ ਚੱਕਰ 'ਚ, ਹੁਣ ਪੰਥ 'ਚ ਫੁੱਟ ਪੈ ਗਈ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਕੀ ਇਹ 15 ਬੰਦੇ 30 ਬੰਦੇ ਇਹੀ ਪੰਥ ਨੇ ਜੀ? ਇਹ ਤਾਂ ਕੁਝ ਵੀ ਨਹੀਂ। ਪੰਥ ਤਾਂ ਬਹੁਤ ਵੱਡਾ ਹੈ, ਇਹ ਤਾਂ ਇੱਕ ਸਿਆਸੀ ਪਾਰਟੀ ਹੈਗੀ ਹੈ। ਤਾਂ ਜਿਹੜੇ ਇਹ ਹੁਣ ਅਕਾਲ ਤਖਤ ਸਾਹਿਬ ਤੇ ਜਾ ਰਹੇ ਹੈ, ਉਹ ਜੀ ਮਾਫ ਕਰ ਦਿਓ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀਰ ਜੀ, ਬੇਨਤੀ ਕਰਦਾ, ਤੁਸੀਂ ਮੈਨੂੰ ਦੱਸੋ, ਤੁਸੀਂ ਗੱਡੀ ਦਾ ਡਰਾਈਵਰ ਰੱਖਦੇ ਹੋ, ਜਿਹੜੇ ਡਰਾਈਵਰ ਨੇ ਗੱਡੀ ਦਾ 20 ਵਾਰੀ ਐਕਸੀਡੈਂਟ ਕਰਤਾ ਹੋਵੇ ਪਹਿਲਾਂ, ਹੁਣ ਉਹਨੂੰ ਦੁਬਾਰਾ ਡਰਾਈਵਰ ਰੱਖੋਗੇ ਤੁਸੀਂ? ਇਹ ਬਾਦਲ ਕਾ ਟੱਬਰ 1970 ਤੋਂ ਲਗਾਤਾਰ ਐਕਸੀਡੈਂਟ ਕਰਦਾ ਆਉਂਦਾ ਹੈ। ਜਦੋਂ ਇਹਨਾਂ ਨੇ ਬਾਬਾ ਬੂਝਾ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਇਹਨਾਂ ਦੇ ਰਾਜ 'ਚ ਹੋਇਆ 1970-71 ਦੇ ਵਿੱਚ, 82 ਸਾਲਾ ਜਿਹੜਾ ਫਰੀਡਮ ਫਾਈਟਰ ਸੀ, ਜਸਟਿਸ ਤਾਰਕੁੰਡੇ ਦੀ ਬਕਾਇਦਾ ਰਿਪੋਰਟ ਹੈ। ਜਦੋਂ ਪਹਿਲੀ ਵਾਰੀ ਬਾਦਲ ਮੁੱਖ ਮੰਤਰੀ ਬਣਿਆ 1 ਸਾਲ 79 ਦਿਨ ਲਈ, ਝੂਠੇ ਪੁਲਿਸ ਮੁਕਾਬਲੇ ਤਾਂ ਉਦੋਂ ਪੰਜਾਬ 'ਚ ਸ਼ੁਰੂ ਹੋ ਗਏ। ਬੇਅੰਤ ਨੇ ਤਾਂ ਚਲੋ ਆਤੀ ਚੱਕਦੀ ਨਾ, ਉਹ ਤਾਂ ਮੰਨਿਆ ਹੋਇਆ ਇਸ ਗੱਲ ਲਈ। ਤਾਂ ਇਹਨਾਂ ਨੇ ਬਾਰ-ਬਾਰ 1978 ਦੇਖ ਲਓ, ਫਿਰ ਬਰਗਾੜੀ ਕਰਵਾਤਾ, ਹੋਰ ਕਿੰਨਾ ਕੁਛ ਇਹਨਾਂ ਨੇ ਕਰਵਾਇਆ। ਮੈਂ ਇੱਕ ਪੂਰਾ ਲਾਹਨਤ ਪੱਤਰ ਬਾਦਲ ਦੀ ਸਰਪੰਚੀ ਤੋਂ ਲੈ ਕੇ ਬਰਗਾੜੀ ਤੱਕ ਲਿਖ ਕੇ ਦਿੱਤਾ ਹੈ। ਹਾਲਾਂਕਿ ਉਹਦੇ 'ਚ ਅਸੀਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਘਟਨਾਕ੍ਰਮ ਐਡ ਨਹੀਂ ਸੀ ਕਰ ਸਕੇ, ਉਹ ਹੁਣ ਸਾਹਮਣੇ ਆ ਰਹੀਆਂ ਸਾਰੀਆਂ ਗੱਲਾਂ। ਇਹਨਾਂ ਨੇ ਲਗਾਤਾਰ ਸਭ ਕੁਝ ਕੀਤਾ ਹੋਇਆ, ਗਲਤ ਬਾਰ-ਬਾਰ ਐਕਸੀਡੈਂਟ ਕੀਤਾ। ਹੁਣ ਉਹ ਫਿਰ ਹੁਣ ਉਹਨੂੰ ਕਹਿੰਦੇ ਜੀ ਮਾਫੀ ਮਤਲਬ ਮੰਗ ਲੈਣੀ ਚਾਹੀਦੀ ਹੈ। ਮੈਂ ਕਹਿੰਦਾ ਮਾਫੀ ਮੰਗ ਲਓ। ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫੈਸਲਾ ਹੋਣਾ, ਉਹ ਫੈਸਲਾ ਉਹ ਸਜ਼ਾ ਦੇਵੇ, ਸਖਤ ਸਜ਼ਾ, ਸਾਰੀ ਕੌਮ ਕਹਿ ਰਹੀ ਹੈ। ਪਰ ਸਾਨੂੰ ਠੰਡੇ ਦਿਮਾਗ ਨਾਲ ਇਹ ਤਾਂ ਸੋਚਣਾ ਚਾਹੀਦਾ ਕਿ ਸਖਤ ਸਜ਼ਾ ਅਕਾਲ ਤਖਤ ਦਾ ਜਥੇਦਾਰ ਦੇ ਕੀ ਸਕਦਾ? ਅਕਾਲ ਤਖਤ ਸਾਹਿਬ ਦਾ ਜਥੇਦਾਰ ਫਾਂਸੀ ਲਾ ਸਕਦਾ? ਕੀ ਉਮਰ ਕੈਦ ਕਰ ਸਕਦਾ? ਐਦਾਂ ਦਾ ਕੁਝ ਨਹੀਂ ਕਰ ਸਕਦਾ। ਉਹਨੇ ਤਾਂ ਭਾਂਡੇ ਵਜਾਉਣੇ ਆ, ਕੀਰਤਨ ਦੀ ਸੇਵਾ ਲਾ ਦੇਣੀ ਆ, ਸਜ਼ਾ ਨਹੀਂ ਸੇਵਾ ਹੀ ਲਾ ਸਕਦਾ। ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਕਿ ਜੇ ਜਥੇਦਾਰ ਸਾਹਿਬਾਨ ਨੇ ਆਪਣੀ ਸਾਖ ਬਚਾਉਣੀ ਹੈ, ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਹੈ, ਤਾਂ ਇੱਕੋ ਹੀ ਸਜ਼ਾ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ। ਉਹ ਇਹ ਸਜ਼ਾ ਕਿ ਸੁਖਬੀਰ ਬਾਦਲ ਇਹਦੇ ਨਾਲ ਦੇ ਜਿਹੜੇ ਚਹੇਤੇ ਨੇ, ਜਿਹੜੇ ਉਹ ਪਾਪਾਂ ਦੇ ਵਿੱਚ ਭਾਗੀਦਾਰ ਨੇ, ਉਹਨਾਂ ਸਾਰਿਆਂ ਨੂੰ ਅਕਾਲ ਤਖਤ ਵੱਲੋਂ ਇਹ ਫੈਸਲਾ ਆ ਜਾਵੇ ਕਿ ਹੁਣ ਤੁਸੀਂ ਅੱਜ ਤੋਂ ਬਾਅਦ ਕੋਈ ਰਾਜਨੀਤਿਕ ਤੇ ਧਾਰਮਿਕ ਚੋਣ ਨਹੀਂ ਲੜ ਸਕਦੇ। ਇਹੀ ਇੱਕੋ ਇੱਕ ਸਜ਼ਾ ਹੈ ਜਿਹਦੇ ਨਾਲ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਲੱਗੂਗਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਰ ਦਿੱਤਾ। ਤੇ ਜੇ ਇਦੋਂ ਹੇਠਾਂ ਤਾਂ ਕੀ ਕਰਨਗੇ? ਫਿਰ ਕੁਝ ਮਨਜ਼ੂਰ ਨਹੀਂ ਹੋਣਾ। ਮੈਂ ਤੁਹਾਡੇ ਮਾਧਿਅਮ ਰਾਹੀਂ ਪਹਿਲਾਂ ਹੀ ਇਹ ਸੁਚੇਤ ਕਰਨਾ ਚਾਹੁੰਦਾ ਜਥੇਦਾਰ ਸਾਹਿਬਾਨ ਨੂੰ ਕਿ ਜੇ ਕੋਈ ਢਿੱਲ ਮੱਠ ਕੀਤੀ ਗਈ ਤਾਂ ਤੁਹਾਡਾ ਓਡੇ ਵੱਡੇ ਪੱਧਰ ਤੇ ਵਿਰੋਧ ਹੋਊਗਾ, ਜਿਵੇਂ ਸੌਦਾ ਸਾਧ ਨੂੰ ਬਿਨਾਂ ਮੰਗਿਆ ਮਾਫੀ ਦੇਣ ਤੋਂ ਬਾਅਦ ਜਿਹੜਾ ਹਸ਼ਰ ਜਥੇਦਾਰਾਂ ਦਾ ਹੋ ਗਿਆ ਸੀਗਾ, ਉਸ ਤਰ੍ਹਾਂ ਦਾ ਹੋਣਾ। ਜਿਹੜੀ ਮਾਫੀ ਵਾਲੀ ਚਿੱਠੀ ਲਿਖੀ ਜਾਂਦੀ ਆ, ਮਾਫੀ ਵਾਲੀ ਚਿੱਠੀ ਦੇ ਵਿੱਚ ਕਹਿੰਦੇ ਕਿ ਉਹ ਵੀ ਇੱਕ ਗੁੰਮਰਾਹ ਕੀਤਾ ਗਿਆ ਸੀਗਾ, ਜਿਹੜਾ ਸਰਸੇ ਵਾਲੇ ਵੱਲੋਂ। ਹਾਂਜੀ ਬਿਲਕੁਲ ਜੀ, ਉਹ ਬੜੀ
ਇਹਨਾਂ ਨੇ ਬੜੀ ਪਲੈਨਿੰਗ ਨਾਲ ਸਾਰਾ ਕੁਝ ਕੀਤਾ, ਕਿਉਂਕਿ ਉਹ ਚਿੱਠੀ ਜਿਹੜੀ ਅਸਲ 'ਚ ਮਾਫੀ ਦੀ ਨਹੀਂ ਸੀ। ਸਰਸੇ ਵਾਲੇ ਸਾਧ ਨੇ ਤਾਂ ਸਪਸ਼ਟੀਕਰਨ ਦੀ ਚਿੱਠੀ ਭੇਜੀ ਸੀ, ਉਹਨੂੰ ਫਿਰ ਪੰਜਾਬੀ 'ਚ ਕਨਵਰਟ ਕੀਤਾ ਗਿਆ, ਉਹਦੇ 'ਚ ਖਿਮਾ ਜਾਚਨਾ ਸ਼ਬਦ ਵੀ ਐਡ ਕੀਤਾ ਗਿਆ। ਇਸ ਗੱਲ ਤੋਂ ਸਰਸੇ ਵਾਲਾ ਸਾਧ ਵੀ ਗੁੱਸੇ ਹੋ ਗਿਆ, ਮੈਂ ਖਿਮਾ ਕਿਵੇਂ ਮੰਗ ਸਕਦਾ, ਉਹਦੇ ਅੰਦਰ ਵੀ ਈਗੋ ਬਹੁਤ ਵੱਡੀ ਹੈ। ਤਾਂ ਉਹ ਸਾਰਾ ਕੁਝ ਸੀਗਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਜਿਹੜਾ ਹੁਣ ਆ ਬਾਗੀ ਧੜਾ ਬਣਿਆ ਬੈਠਾ ਹੈ, ਇਹਨਾਂ 'ਚ ਇੱਕ ਬੀਬੀ ਜਗੀਰ ਕੌਰ ਵੀ ਹੈ। ਆਹ ਮੇਰੀ ਉਸ ਵਕਤ ਦੀ ਫੋਟੋ ਹੈ ਜਿਹੜੀ ਮੈਂ ਪਿਛਲੇ, ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ, ਜੌਲੀਆਂ ਪਿੰਡ ਆਏ ਸੀ, ਉੱਥੇ ਮੈਂ ਇਹਨਾਂ ਨੂੰ ਇਹ ਸਵਾਲ ਕੀਤੇ ਸੀਗੇ। ਮੈਂ ਆ 4 ਸਵਾਲ ਇਹਨਾਂ ਨੂੰ ਕੀਤੇ, ਤਾਂ ਇਹਨਾਂ ਨੇ ਉਹ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਮੈਨੂੰ ਇਹ ਕਹਿ ਕੇ ਗਏ ਨੇ ਕਿ ਮੈਂ ਤੁਹਾਨੂੰ ਲਿਖਤੀ ਜਵਾਬ ਭੇਜਾਂਗੀ। ਸਵਾਲਾਂ ਦੇ ਵਿੱਚ ਬੜੇ ਸਾਫ਼ ਸਵਾਲ ਸੀਗੇ ਕਿ ਗਿਆਨੀ ਗੁਰਮੁਖ ਸਿੰਘ ਜਦੋਂ ਦਮਦਮਾ ਸਾਹਿਬ ਦੇ ਜਥੇਦਾਰ ਸੀ, ਉਦੋਂ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਸੀ ਕਿ ਸਰਸਾ ਸਾਧ ਨੂੰ ਬਿਨਾਂ ਮੰਗਿਆਂ ਜਿਹੜੀ ਮਾਫੀ ਦੇਣ ਲਈ ਬਾਦਲਾਂ ਨੇ ਜਥੇਦਾਰ ਸਾਹਿਬਾਨ ਨੂੰ ਆਪਣੀ ਕੋਠੀ 'ਚ ਸੱਦਿਆ ਸੀਗਾ। ਇਹ ਉਹਨੇ ਬਿਆਨ ਦਿੱਤੇ। ਤਾਂ ਗਿਆਨੀ ਗੁਰਮੁਖ ਸਿੰਘ ਨੂੰ ਦਮਦਮਾ ਸਾਹਿਬ ਤੋਂ ਬਦਲ ਕੇ ਧਮਧਾਨ ਸਾਹਿਬ ਦੇ ਵਿੱਚ ਲਾ ਦਿੱਤਾ ਗਿਆ। ਫਿਰ ਉਹ ਬਿਆਨਾਂ 'ਚੋਂ ਮੁੱਕਰ ਗਿਆ, ਉਹਨੂੰ ਧਮਧਾਨ ਸਾਹਿਬ 'ਚੋਂ ਦੁਬਾਰਾ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਲਾ ਦਿੱਤਾ ਗਿਆ। ਅੱਜ ਵੀ ਹੈੱਡ ਗ੍ਰੰਥੀ ਹੈ। ਮੈਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਕਿ ਤੁਸੀਂ ਪ੍ਰਧਾਨ ਹੋ ਸ਼੍ਰੋਮਣੀ ਕਮੇਟੀ ਦੇ, ਇਹ ਤਾਂ ਪੁੱਛ ਲਓ ਗੁਰਮੁਖ ਸਿੰਘ ਨੂੰ ਕਿ ਅੱਜ ਝੂਠ ਬੋਲਦਾ ਕਿ ਪਹਿਲਾਂ ਝੂਠ ਬੋਲਦਾ ਸੀਗਾ। ਫਿਰ ਮੇਰਾ ਦੂਜਾ ਸਵਾਲ, ਬਿਨਾਂ ਮੰਗਿਆ ਮਾਫੀ, ਜਿਹੜੇ 90 ਲੱਖ ਦੇ ਇਸ਼ਤਿਹਾਰ ਸੀਗੇ ਵੀ ਉਹ ਗੁਰੂ ਕੀ ਗੋਲਕ ਦਾ ਪੈਸਾ ਹੁਣ ਭਰਪਾਈ ਕਿਤੋਂ ਕਰਵਾਓਗੇ? 328 ਸਰੂਪਾਂ ਦਾ ਅਸੀਂ ਕਿੱਥੇ ਲੈਣ ਜਾਈਏ ਇਨਸਾਫ? ਇਹਦੇ ਤੋਂ ਇਲਾਵਾ ਗਿਆਨੀ ਗੁਰਬਚਨ ਸਿੰਘ ਦੇ ਹਸਤਾਖਰਾਂ ਵਾਲਾ ਪੱਤਰ ਦਿਖਾ ਕੇ ਮਲੇਰਕੋਟਲਾ ਇਲਾਕੇ ਵਿੱਚੋਂ 35 ਸਰੂਪ ਤੇ 250 ਤੋਂ ਵੱਧ ਪੋਥੀਆਂ ਚੁੱਕੀਆਂ ਗਈਆਂ, ਜਿਹੜਾ ਕਿ ਮੈਂ ਸਾਰਾ ਰਿਕਾਰਡ ਸਭ ਕੁਝ ਡਾਕੂਮੈਂਟ ਸਮੇਤ ਬੀਬੀ ਜਗੀਰ ਕੌਰ ਨੂੰ ਦਿੱਤਾ ਸੀ ਉਸ ਮੌਕੇ ਵੀ ਇਹਦੇ ਤੇ ਕਾਰਵਾਈ ਕਦੋਂ ਕਰਾਉਂਗੇ। ਇਹਨਾਂ ਸਾਰੇ ਮੁੱਦਿਆਂ ਨੂੰ ਇੱਕ ਪਾਸੇ ਕਰਕੇ ਬੀਬੀ ਜਗੀਰ ਕੌਰ ਲਗਭਗ 1 ਮਹੀਨੇ ਬਾਅਦ ਉੱਥੇ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਤੇ ਬੋਲਦੀ ਆ। ਉਹ ਕਹਿੰਦੀ ਆ ਕਿ ਜਿਹੜੇ ਉਹ ਧਰਨਾ ਲਾਉਣ ਵਾਲੇ ਲੋਕ ਸੀਗੇ ਉਹੀ ਅਸਲ ਦੋਸ਼ੀ ਨੇ। ਉਹ ਮਾਝੀ ਸਾਜੀ ਜਿਹੜਾ ਉਸ ਦਿਨ ਬੋਲਦਾ ਸੀ। ਸੋ ਮੈਂ ਤਾਂ ਅੱਜ ਵੀ ਉਹਨਾਂ ਨੂੰ ਸਮਝਦਾ ਕਿ ਉਹਨਾਂ ਦੀ ਉਮਰ ਮੇਰੇ ਮਾਤਾ ਜੀ ਦੀ ਉਮਰ ਸਮਾਨ ਹੈ, ਪਰ ਉਹ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਸੀਗੇ। ਜਿਹੜਾ ਇਹਨਾਂ ਨੂੰ ਸਵਾਲ ਪੁੱਛੇ ਉਹਨੂੰ ਇਹ ਮਤਲਬ ਕੁੱਦ ਕੇ ਪੈ ਜਾਂਦੇ ਆ, ਉਹਨੂੰ ਦਬਕੇ ਮਾਰਦੇ ਆ। ਹਰ ਕੋਈ ਬੰਦਾ ਤਾਂ ਇਹਨਾਂ ਤੋਂ ਨਹੀਂ ਡਰੂਗਾ ਨਾ ਜੀ। ਤਾਂ ਹੁਣ ਵੀ ਅੱਜ ਵੀ ਤੁਹਾਡੇ ਵਰਗਾ ਜਰਨਲਿਸਟ ਕੋਈ ਇੰਟਰਵਿਊ ਕਰਦਾ ਚੱਜ ਦੀ, ਉਹਨੂੰ ਕਾਨੂੰਨੀ ਨੋਟਿਸ ਭਜਵਾ ਦੇਣਗੇ, ਉਹਨਾਂ ਦੇ ਪੇਜ ਦੀ ਵਿਊ ਘਟਾ ਦੇਣਗੇ। ਇਹ ਸਾਰੀਆਂ ਨੀਵੇਂ ਪੱਧਰ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ। ਕੀ ਲੱਗਦਾ ਵੀ ਹੁਣ ਇਨਸਾਫ ਮਿਲੂਗਾ? ਜਿਹੜਾ ਤਹਈਆ ਕੀਤਾ ਗਿਆ ਫਿਰ ਕੌਮ ਦੇ ਵੱਲੋਂ ਜਾਂ ਲੋਕਾਂ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਕਹੀਏ ਇੱਕ ਤਹਈਆ ਹੋਇਆਗਾ ਕਿ ਫਿਰ ਤੋਂ ਇਹ ਆਵਾਜ਼ ਉੱਠੀ ਆ 9 ਸਾਲਾਂ ਬਾਅਦ, ਕੀ ਲੱਗਦਾ ਵੀ ਇਨਸਾਫ ਮਿਲੂ? ਨਹੀਂ, ਇਹ ਦੇਖੋ ਸੰਗਤ ਤਾਂ ਲਗਾਤਾਰ ਇਹਦੇ ਉੱਤੇ ਗੱਲ ਕਰ ਰਹੀ ਹੈ। ਲੋਕਾਂ ਦੇ ਮਨ 'ਚ ਬਹੁਤ ਗੁੱਸਾ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਭਗਵੰਤ ਮਾਨ ਸਰਕਾਰ ਨੂੰ ਕਿ ਵੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਪੂਰਾ ਸਿਖਰ 'ਤੇ ਸੀ, ਜਦੋਂ ਉਹ CM ਸੀ, ਮੈਂ ਉਹਨਾਂ ਵੇੜਿਆਂ 'ਚ ਇੱਕ ਗੱਲ ਕਹੀ, ਰਿਕਾਰਡ ਪਿਆ ਸਾਰਾ, ਕਿ ਕੈਪਟਨ ਅਮਰਿੰਦਰ ਸਿੰਘ ਜੀ, ਜੇ ਤੁਸੀਂ ਇੱਥੇ ਬੇਈਮਾਨੀ ਕੀਤੀ ਤੁਹਾਡਾ ਹਸ਼ਰ ਬਰਨਾਲੇ ਪਰਿਵਾਰ ਵਰਗਾ ਹੋਊਗਾ। ਤੁਸੀਂ ਅੱਜ ਵੇਖ ਲਓ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਰਨਾਲੇ ਪਰਿਵਾਰ ਦੇ ਵਿੱਚ ਕਿੰਨਾ ਕੁ ਫਰਕ ਰਹਿ ਗਿਆ ਪੋਲੀਟੀਕਲ ਤੌਰ ਤੇ। ਬਿਲਕੁਲ ਸੇਮ ਹਸ਼ਰ ਹੈਗਾ। ਹਾਲਾਂਕਿ ਕੈਪਟਨ ਨੂੰ ਮੈਂ ਪਿਛੋਕੜ ਯਾਦ ਕਰਵਾਇਆ ਸੀਗਾ ਉਹਨਾਂ ਵੇਲਿਆਂ 'ਚ ਕਿ ਭਾਈ ਤੁਹਾਡਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਕਾਲੇ ਚੌਧਰੀ ਦੇ ਭਤੀਜੇ ਜਿਹੜੇ ਤੁਹਾਡੇ ਪੁਰਖੇ ਨੇ, ਉਹਨਾਂ ਨੇ ਢਿੱਡ ਖੜਕਾਇਆ ਸੀ 7ਵੇਂ ਪਾਤਸ਼ਾਹ ਕੋਲ ਕਿ ਅਸੀਂ ਭੁੱਖੇ ਮਰਦੇ ਹਾਂ। ਗੁਰੂ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਸਮਰਪਿਤ ਰਹੋ ਗੁਰੂ ਘਰ ਨੂੰ, ਤੁਹਾਡੇ ਕੋਈ ਤੋਟ ਨਹੀਂ ਆਊਗੀ, ਤੇ ਜੇ ਤੁਸੀਂ ਗੁਰੂ ਵੱਲੋਂ ਮੂੰਹ ਫੇਰੋਗੇ ਫਿਰ ਤੁਹਾਡਾ ਹਾਲ ਬੁਰਾ ਹੋਣਾ। ਤਾਂ ਹੁਣ ਉਹੀ ਹਾਲ ਕੈਪਟਨ ਦਾ ਹੋਇਆ। ਤੇ ਭਗਵੰਤ ਮਾਨ ਨੂੰ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹੁੰਦਾ ਕਿ ਅਜੇ ਤੱਕ ਦੀ ਜਿਹੜੀ ਸਰਕਾਰ ਦੀ ਪ੍ਰੈਕਟਿਸ ਹੈਗੀ ਹੈ ਉਹ ਬਿਲਕੁਲ ਸਾਫ਼ ਕਰਦੀ ਹੈ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂ ਡੰਗ ਟਪਾ ਰਹੀ ਹੈ, ਬੁੱਤਾ ਸਾਰ ਰਹੀ ਹੈ। ਕਿਉਂਕਿ ਜਿੰਨੇ ਦੋਸ਼ੀ ਨੇ ਉਹ ਲਗਭਗ ਬਹੁਤੇ ਜਿਹੜੇ ਕੇਸ ਨੇ ਆਪਣੇ ਬੇਅਦਬੀ ਦੇ ਉਹ ਟਰਾਂਸਫਰ ਕਰਵਾ ਚੁੱਕੇ ਨੇ ਚੰਡੀਗੜ੍ਹ ਦੇ ਵਿੱਚ। ਤਾਂ ਉੱਥੇ ਕਾਨੂੰਨੀ ਤੌਰ 'ਤੇ ਪੂਰੀ ਜਿਹੜੀ ਢਿੱਲ ਵਰਤਾਈ ਗਈ ਹੈ। ਤੇ ਜਿਹੜੇ ਦੋਸ਼ੀ ਸਾਬਤ ਹੋ ਗਏ ਨੇ ਉਹਨਾਂ ਨੂੰ 5-5 ਗਨਮੈਨ ਮਿਲਦੇ ਨੇ, ਸਿਕਿਉਰਿਟੀ ਮਿਲੀ ਹੋਈ ਹੈ ਬਕਾਇਦਾ। ਇਹ ਰਿਕਾਰਡ ਹੈ, ਸਾਰਾ ਕੁਝ ਤੁਸੀਂ ਸਾਹਮਣੇ ਵੇਖ ਸਕਦੇ ਹੋ। ਮੱਲਕੇ 'ਚ ਜਿਹੜੇ ਸਾਬਤ ਹੋ ਗਏ ਦੋਸ਼ੀ ਨੇ ਉਹਨਾਂ ਨੂੰ ਸਿਕਿਉਰਿਟੀਆਂ ਮਿਲ ਰਹੀਆਂ ਨੇ। ਜਿਹੜੇ ਸਾਡੇ ਮੁੱਖ ਗਵਾਹ ਨੇ ਉਹਨਾਂ ਨੂੰ ਇੱਕ ਗਨਮੈਨ ਦੇ ਕੇ ਟਾਈਮ ਕੱਢ ਲਿਆ ਜਾਂਦਾ। ਤਾਂ ਇਹ ਸਾਰਾ ਕੁਝ ਰਲ ਮਿਲ ਕੇ ਸਾਡਾ ਤਾਂ ਜੀ ਢਿੱਲੋਂ ਸਾਹਿਬ ਗੱਲ ਇਹ ਹੈ ਕਿ ਸਰਕਾਰਾਂ ਸਾਡੇ ਖਿਲਾਫ ਨੇ, ਪ੍ਰਸ਼ਾਸਨ ਸਾਡੇ ਖਿਲਾਫ ਹੈ, SGPC ਸਾਡੇ ਖਿਲਾਫ ਹੈ, ਸਿੱਖਾਂ ਦੇ ਉਹ ਵੀ ਉਲਟ ਭੁਗਤ ਰਹੀ ਹੈ। ਉਹਨਾਂ ਨੇ ਤਾਂ ਜਤਿੰਦਰਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਜਿਹੜੇ ਬੇਅਦਬੀ ਕਰਨ ਵਾਲੇ ਨੇ ਗੁਰੂਸਰ ਦੇ ਵਿੱਚ, ਉਹਨਾਂ ਡੇਰਾ ਪ੍ਰੇਮੀਆਂ ਨੂੰ ਦੁਕਾਨ ਨੰਬਰ 61 ਤੇ ਦੁਕਾਨ ਨੰਬਰ 80 ਭਗਤਾ ਭਾਈਕਾ ਦੇ ਵਿੱਚ SGPC ਨੇ ਦਿੱਤੀ ਹੋਈ ਸੀ।
ਉਹ ਤਾਂ ਅਸੀਂ ਰੌਲਾ ਪਾਇਆ ਸਭ ਤੋਂ ਪਹਿਲਾਂ। ਲੌਂਗੋਵਾਲ ਉਦੋਂ ਪ੍ਰਧਾਨ ਸੀਗਾ, ਉਹਨੂੰ ਟੈਲੀਫੋਨ ਤੇ ਦੱਸਿਆ ਵੀ ਕੀ ਕਰ ਰਹੇ ਹੋ, ਉਹ ਕਹਿੰਦਾ ਜੀ ਕੋਈ ਨਹੀਂ ਦੇਖਾਂਗੇ। ਫਿਰ ਉਸ ਤੋਂ ਬਾਅਦ ਅਸੀਂ ਇੱਕ ਵੀਡੀਓ ਪਾਈ, ਉਹਦੀ ਡਟਵੀਂ ਵਿਰੋਧਤਾ ਕੀਤੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਖਿਲਾਰ ਰਹੇ ਨੇ ਬੰਦੇ, ਉਹਨਾਂ ਦਾ ਤੁਸੀਂ ਆਰਥਿਕ ਪੱਖ ਮਜ਼ਬੂਤ ਕਰ ਰਹੇ ਹੋ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਦੇ ਰਹੇ ਹੋ। ਜਤਿੰਦਰਾ ਟੈਲੀਕਾਮ ਤੇ ਦੀਪ ਗਾਰਮੈਂਟਸ ਦੇ ਨਾਂ ਤੇ ਉਹ ਦੁਕਾਨਾਂ ਚੱਲਦੀਆਂ ਸੀ, ਤਾਂ ਇਹਨਾਂ ਨੇ ਉਹ ਡੇਰਾ ਪ੍ਰੇਮੀ, ਜਿਹੜੇ ਆਮ ਡੇਰਾ ਪ੍ਰੇਮੀ ਨਹੀਂ, ਜਿਹੜੇ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਨੇ, ਉਹਨਾਂ ਤੋਂ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਦੁਕਾਨਾਂ ਤਾਂ ਛਡਵਾਈਆਂ ਜਦੋਂ ਅਸੀਂ ਦਰਬਾਰੇ ਖਾਲਸਾ ਵੱਲੋਂ ਇਹਦੀ ਡਟਵੀਂ ਵਿਰੋਧਤਾ ਕੀਤੀ। ਸਾਡੇ ਸਾਰੇ ਖਿਲਾਫ ਨੇ, ਪਰ ਸਾਨੂੰ ਆਪਣੇ ਗੁਰੂ ਦੇ ਉੱਤੇ 100% ਭਰੋਸਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਇਸ ਲਈ ਸੱਚ ਨੇ ਰਹਿਣਾ। ਤੇ ਮਤਲਬ ਇਹਨਾਂ ਦਾ ਜਿਹੜਾ ਨਾਂ ਹੈ ਇਤਿਹਾਸ 'ਚ ਕਾਲੇ ਅੱਖਰਾਂ 'ਚ ਲਿਖਿਆ ਜਾਣਾ, ਜਿੰਨੇ ਬੇਈਮਾਨੀਆਂ ਸਾਡੇ ਨਾਲ ਕਰ ਰਹੇ। ਸਾਹਿਬ ਜਿਹੜੇ ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੁੰਦਾ, ਇਹ ਦੋ ਮਸਲੇ ਸੀ ਅੱਡੋ ਅੱਡ। ਇੱਕ ਗੋਲੀ ਕਾਂਡ, ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਇੱਕ ਕੋਟਕਪੂਰਾ ਦੇ ਵਿੱਚ ਦੋ ਸਕੇ ਭਰਾਵਾਂ ਨੂੰ ਚੁੱਕਿਆ ਜਾਂਦਾ, 5 ਗਰਾਈਆਂ ਜੀ। ਤੇ ਤੀਸਰਾ ਮਸਲਾ ਇਹ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੁਰਜ ਜਵਾਰਕੇ ਦੇ ਵਿੱਚੋਂ ਚੋਰੀ ਕਰਕੇ ਤੇ ਬੇਅਦਬੀ ਹੋਣੀ ਜੀ, ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਇਹ ਢਿੱਲੋਂ ਸਾਹਿਬ ਤੁਹਾਡੀ ਬੜੀ ਇੰਪੋਰਟੈਂਟ ਗੱਲ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸੋਚੋ, ਸਾਰੇ ਦਰਸ਼ਕ ਜਿੰਨੇ ਆਪਣੇ ਸੁਣ ਰਹੇ, ਅੱਖਾਂ ਬੰਦ ਕਰਕੇ 5 ਮਿੰਟ ਸਾਈਡ ਤੇ ਬਹਿ ਕੇ ਸੋਚਿਓ ਕਿ ਜਿੰਨਾ ਕਹਿਰ ਉਹਨਾਂ ਨੌਜਵਾਨਾਂ ਤੇ ਢਾਹਿਆ ਪੁਲਿਸ ਨੇ ਸਰਕਾਰ ਦੇ ਹੁਕਮਾਂ ਅਨੁਸਾਰ, ਕਿ ਪੁਲਿਸ ਨੇ ਤਾਂ ਉਹੀ ਕੰਮ ਕਰਨਾ ਜੋ ਸਰਕਾਰ ਕਹਿੰਦੀ ਹੈ। ਬਾਦਲ ਸੁਖਵੀਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕਹਿਰ ਢਾਇਆ ਗਿਆ, ਮੈਂ ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਕਿ ਵਾਹਿਗੁਰੂ ਨੇ ਉਹਨਾਂ ਨੌਜਵਾਨਾਂ ਨੂੰ ਦ੍ਰਿੜਤਾ ਬਖਸ਼ੀ ਤੇ ਸਾਰਾ ਪਿੰਡ ਪੰਜਗਰਾਈ, ਸਾਰੇ ਪਿੰਡ ਨੂੰ ਦਿਲੋਂ ਸਲੂਟ ਕਰਦਾ ਉਸ ਮੌਕੇ ਦੇ ਸਰਪੰਚ ਸਾਹਿਬ ਨੂੰ, ਕਿਉਂਕਿ ਸੁਖਵੀਰ ਨੇ ਤਾਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿਤਾ ਸੀ ਕਿ ਤੁਸੀਂ ਪਿੰਡ ਦੇ ਸਰਪੰਚ ਨੂੰ ਪੁੱਛ ਲਓ ਇਹ ਮੁੰਡੇ ਕਿਹੋ ਜਿਹੇ। ਸਾਰਾ ਪਿੰਡ ਇੱਕੋ ਮੋਰੀ ਲੰਘ ਗਿਆ, ਪਿੰਡ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਉਹਨਾਂ ਨੌਜਵਾਨਾਂ ਨਾਲ ਖੜ ਗਏ। ਸਰਪੰਚ ਨੇ ਵੀ ਕਿਹਾ ਇਹ ਸਾਡੇ ਮੁੰਡੇ ਇਹੋ ਜਿਹੇ ਨਹੀਂ ਹਨ, ਤੇ ਫੂਲਕਾ ਸਾਹਿਬ ਨੇ ਇਹਦੇ 'ਚ ਬੜੀ ਵੱਡੀ ਭੂਮਿਕਾ ਨਿਭਾਈ, ਉਹਨਾਂ ਨੇ ਵੀ ਉੱਥੇ ਇਹਦੇ 'ਤੇ ਸਾਰੀ ਪੈਰਵਾਈ ਕੀਤੀ। ਇਸ ਕਰਕੇ ਉਹ ਬਚਾ ਰਹਿ ਗਿਆ। ਨਹੀਂ ਤਾਂ ਤੁਸੀਂ ਸੋਚੋ, ਜੇ ਉਹਨਾਂ 'ਤੇ ਕਹਿਰ ਜਿਵੇਂ ਢਾਇਆ ਜਾ ਰਿਹਾ ਸੀ, ਬੰਦਾ ਦੱਬ ਵੀ ਸਕਦਾ, ਡੋਲ ਵੀ ਸਕਦਾ, ਉਹ ਡੋਲ ਜਾਂਦੇ। ਜੋ ਉਹਨਾਂ ਨੂੰ ਪਲੈਨਿੰਗ ਸੀ ਕਿ ਤੁਸੀਂ ਇਹ ਕਹੋ ਵੀ ਬੇਅਦਬੀ ਕੀਤੀ ਅਸੀਂ ਆ, ਕੀਤੀ ਸਿੱਖ ਪ੍ਰਚਾਰਕਾਂ ਦੇ ਕਹਿਣ ਤੇ ਹੈ। ਜੇ ਕਿਤੇ ਸਰਕਾਰ ਵੱਲੋਂ ਜਿਹੜੀ ਬੁਣੀ ਹੋਈ ਇਹ ਵਿਉਂਤ ਸੀ, ਇਹਦੇ ਵਿੱਚ ਸਰਕਾਰ ਸਫਲ ਹੋ ਜਾਂਦੀ, ਏਡਾ ਵੱਡਾ ਧੱਬਾ ਸਿੱਖ ਸਮਾਜ ਤੇ ਲੱਗ ਜਾਣਾ ਸੀ ਕਿ ਸਦੀਆਂ ਤੱਕ ਉਹ ਧੱਬਾ ਨਹੀਂ ਸੀ ਲੈਣਾ ਕਿ ਸਿੱਖ ਤਾਂ ਆਪ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਆਪ ਹੀ ਫਿਰ ਰੌਲਾ ਪਾ ਲੈਂਦੇ ਆ। ਇਹ ਇੱਕ ਇੱਦਾਂ ਦਾ ਜਲਾਦਪੁਣਾ ਸੀਗਾ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ 4 ਵਰਿਆਂ ਦੇ ਪੁੱਤ ਅਜੈ ਸਿੰਘ ਦਾ ਕਲੇਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨਤਾ ਸੀ ਜਲਾਦ ਨੂਰਦੀਨ ਨੇ। ਇਹਨਾਂ ਜਲਾਦਾਂ ਨੇ ਵੀ ਕੌਮ ਦੀ ਜਵਾਨੀ ਕੌਮ ਦੇ ਮੂੰਹ 'ਚ ਹੀ ਪਾਤੀ ਸੀ। ਜੇ ਇਹ ਸਾਬਤ ਹੋ ਜਾਂਦਾ, ਜਿਹੜੀ ਸਾਜ਼ਿਸ਼ ਸੀ ਉਹਨਾਂ ਦੀ ਸਫਲ ਹੋ ਜਾਂਦੀ, ਤਾਂ ਉਹ ਸਿੱਖ ਨੌਜਵਾਨ ਸਿੱਖਾਂ ਦੇ ਸ਼ਿਕਾਰ ਬਣਨੇ ਸੀਗੇ। ਉਸ ਵਕਤ ਜਿਹੜੀ SIT ਸੀ ਉਹ ਖੱਟੜਾ ਸਾਹਿਬ ਦੀ ਬਣਾਈ ਹੋਈ ਸੀ, ਖੱਟੜਾ ਸਾਹਿਬ ਦੀ ਰਹਿਨਮਾਈ ਹੇਠ ਸਾਰਾ ਕੁਝ ਚੱਲ ਰਿਹਾ ਸੀ। ਖੱਟੜਾ ਸਾਹਿਬ ਵੀ ਇੰਟਰਵਿਊਆਂ ਦੇ ਰਹੇ ਨੇ, ਕਹਿੰਦੇ ਕਿ ਵੀ ਉਹ ਤਾਂ ਅਸੀਂ ਬਾਅਦ ਦੇ ਵਿੱਚੋਂ ਸਾਰਾ ਕਲੀਅਰ ਕਰਿਆ ਹੈਗਾ, ਤੁਸੀਂ ਵੀ ਸੁਣਿਆ ਹੋਣਾ। ਨਹੀਂ, ਇਹ ਗੱਲ ਠੀਕ ਆ ਉਹਨਾਂ ਦੀ ਕਿ ਉਹਨਾਂ ਨੇ ਬਾਅਦ ਦੇ ਵਿੱਚ ਸਾਰਾ, ਇੱਕ ਵਾਰੀ ਤਾਂ ਕਹਿ ਹਟਾਇਆ ਨਾ, ਸਭ ਕੁਝ ਹੋਇਆ, ਉਹ ਵੀ SIT ਸ਼ਾਮਲ ਸੀਗੇ। ਬਾਅਦ ਦੇ ਵਿੱਚ ਸਾਰਾ ਕੁਝ ਮਤਲਬ ਜਿਹੜੇ ਨਿਰਦੋਸ਼ ਸੀ ਉਹਨਾਂ ਨੇ ਨਿਰਦੋਸ਼ ਕਿਹਾ, ਕਿਉਂਕਿ ਜਿੰਨਾ ਕੰਮ ਹੋਇਆ, ਜਿਹੜੀ ਮੌੜ ਬੰਬ ਕਾਂਡ ਬਾਰੇ ਪਤਾ ਲੱਗਿਆ, ਇਹ 'ਚ ਖੱਟੜਾ ਸਾਹਿਬ ਦਾ ਰੋਲ ਬੜਾ ਚੰਗਾ ਰਿਹਾ। ਜਿੱਥੇ ਚੰਗਾ ਹੈ ਜਿਹਦਾ, ਉੱਥੇ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ। ਜਿਹੜਾ ਆਪਣਾ ਇਹ ਜਿਹੜੀ ਤਫਤੀਸ਼ ਵੀ ਸਰਸੇ ਵਾਲੇ ਪਾਸੇ ਗਈ, ਜਿੰਨਾ ਕੁਝ ਹੋਇਆ ਉਹ ਤਾਂ, ਇਹ ਤਾਂ ਸਰਕਾਰ ਤਾਂ ਟੋਟਲੀ ਸਿੱਖਾਂ ਨੂੰ, ਉਹ ਤਾਂ ਸਰਸੇ ਵਾਲੇ ਕਣੀ ਝਾਕਦੇ ਨਹੀਂ ਸੀ ਨਾ, ਬਿਲਕੁਲ ਹੀ। ਜਿੰਨਾ ਕੰਮ ਹੋਇਆ ਉਹ ਠੀਕ ਹੈ, ਪਰ ਇਹ ਬਹੁਤ ਥੋੜ੍ਹਾ ਹੋਇਆ। ਅਸੀਂ ਕਹਿੰਦੇ ਹਾਂ ਕਿ ਹੁਣ ਸਾਰਾ ਕੁਝ ਸਾਹਮਣੇ ਆ ਰਿਹਾ, ਹੁਣ ਵੀ ਮੌਜੂਦਾ ਸਰਕਾਰ ਨੂੰ ਕਹਿੰਦੇ ਆ ਕਿ ਇਹਦੇ ਤੇ ਗੁਰਮੀਤ ਰਾਮ ਰਹੀਮ ਨਾਲ ਇੰਨੀ ਕਿਹੜੀ ਰਿਸ਼ਤੇਦਾਰੀ ਹੈ ਕਿ ਉਧਰ ਨੂੰ ਮੂੰਹ ਕਿਉਂ ਨਹੀਂ ਹੋ ਰਿਹਾ ਸਭ ਦਾ, ਉਸ ਪਾਸੇ ਨੂੰ ਉਹਨੂੰ ਮਤਲਬ ਸਹੂਲਤਾਂ ਹੀ ਦੇਈ ਜਾਣੀਆਂ ਨੇ। ਜਿਹੜਾ ਬੰਦਾ ਰੇਪਿਸਟ ਤੇ ਕਾਤਲ ਸਾਬਤ ਹੋ ਚੁੱਕਿਆ ਕਾਨੂੰਨ ਮੁਤਾਬਕ, ਉਸ ਬੰਦੇ ਨੇ, ਅਸੀਂ ਕਹਿੰਦੇ ਹਾਂ ਮੌੜ ਬੰਬ ਕਾਂਡ ਕਰਵਾਇਆ, ਉਹ ਤਾਂ ਤੁਹਾਡੀਆਂ ਜਾਂਚ ਟੀਮਾਂ ਕਹਿੰਦੀਆਂ, ਅਸੀਂ ਵੀ ਨਹੀਂ ਕਹਿੰਦੇ, ਉਹਨੇ ਬੇਅਦਬੀਆਂ ਕਰਾਈਆਂ, ਉਹਨੂੰ ਉਹਦੇ ਵਿੱਚ ਵੀ, ਉਹਨਾਂ ਕੇਸਾਂ ਦੇ ਵਿੱਚ ਵੀ ਉਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਓ ਤੇ ਪਟਾ ਫੇਰੋ, ਜਿਵੇਂ ਸਾਡੇ ਮੁੰਡਿਆਂ ਤੇ ਫੇਰਦੇ ਹੋ ਬੇਕਸੂਰਾਂ ਤੇ ਚੱਕ। ਉਹ ਤਾਂ ਹੈ ਹੀ ਕਸੂਰਵਾਰ, ਉਹਨੂੰ ਪੁੱਛੋ
ਫਿਰ ਜਸਟਿਸ ਜੀ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਵੀ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਉਸ ਰਿਪੋਰਟ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਦੇਖੋ, ਜਸਟਿਸ ਰਣਜੀਤ ਸਿੰਘ ਜੀ ਹੋਰਾਂ ਨੇ ਵੀ ਸਾਰੀ ਰਿਪੋਰਟ ਦਿੱਤੀ ਸੀ, ਉੱਥੇ ਵੀ ਬੜਾ ਸਾਫ਼ ਸੀਗਾ ਕਿ ਇਹੀ ਇੱਕੋ ਹੀ ਲਾਈਨ ਚੱਲ ਰਹੀ ਹੈ। ਭਾਵੇਂ ਤੁਸੀਂ ਜਿੰਨੀਆਂ ਜਾਂਚ ਟੀਮਾਂ ਨੂੰ ਵੇਖੋਗੇ, ਉਹ ਕਟਹਿਰੇ ਦੇ ਵਿੱਚ ਜਿਹੜਾ ਹੈਗਾ ਸਰਸੇ ਵਾਲਾ ਸਾਧ ਹੈ ਬੇਅਦਬੀ ਦੇ ਮੁੱਦੇ ਤੇ ਗੱਲ ਉਸ ਪਾਸੇ ਨੂੰ ਜਾਂਦੀ ਹੈ, ਤੇ ਜਿਹੜੀ ਗੋਲੀ ਕਾਂਡ ਹੈ ਉਹਦੇ ਵਿੱਚ ਸੁਖਬੀਰ ਤੇ ਸੁਮੇਧ ਸੈਣੀ ਵਾਲੇ ਪਾਸੇ ਨੂੰ ਗੱਲ ਜਾਂਦੀ ਹੈ। ਇਹ ਸਾਰੇ ਵੱਡੇ ਲੋਕ ਨੇ ਦੁਨਿਆਵੀ ਤੌਰ ਤੇ, ਇਸ ਕਰਕੇ ਇਹਨਾਂ ਤੋਂ ਸਭ ਡਰਦੇ ਆ। ਸਰਕਾਰਾਂ ਕੋਈ ਬਦਲ ਜਾਣ, ਕੋਈ ਫਰਕ ਨਹੀਂ ਪੈਂਦਾ, ਤਾਂ ਇੱਧਰ ਨੂੰ ਕੋਈ ਮੂੰਹ ਨਹੀਂ ਕਰ ਰਿਹਾ। ਪਰ ਅਸੀਂ ਜਿਹੜੇ ਸਿੱਖ ਹਾਂ, ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਹਾਂ 100%, ਉਹ ਅਸੀਂ ਦ੍ਰਿੜਤਾ ਨਾਲ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਭਾਈ ਇਹੀ ਦੋਸ਼ੀ ਨੇ। ਇਹ ਹਿਸਟਰੀ 'ਚ ਸਾਰਾ ਕੁਝ ਲਿਖਿਆ ਜਾਣਾ ਕਿ ਕਿਹਦਾ ਕੀ ਰੋਲ ਹੈ, ਗਦਾਰਾਂ ਦਾ ਵੀ ਵਫਾਦਾਰਾਂ ਦਾ ਵੀ। ਤੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ, ਜਿਹੜਾ ਗੁਰੂ ਨੇ ਕਿਹਾ ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲੇ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਤਾਂ ਇਹ ਪ੍ਰਮਾਤਮਾ ਦੀ ਦਰਗਾਹ 'ਚ ਤਾਂ ਛਿੱਤਰ ਖਾਣਗੇ ਸਾਰੇ। ਆਉਣ ਵਾਲੇ ਸਮੇਂ ਦੇ ਵਿੱਚ ਕੀ ਤਹਈਏ ਕਰੋਗੇ? ਤੁਹਾਡੇ ਵੱਲੋਂ ਕੀ ਕੀਤਾ ਜਾਵੇਗਾ ਕਿ ਅਸੀਂ ਇਨਸਾਫ ਦੇ ਲਈ ਲਗਾਤਾਰ ਲੜਤਾ ਰਹੇ ਹਾਂ, ਪਰ ਹੋਰ ਕਿਸ ਤਰੀਕੇ ਦੇ ਨਾਲ ਲੜੋਗੇ? ਕਿਉਂਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਜਿਹੜਾ ਕਿ ਮੁੱਦਾ ਸੀ ਉਹ ਖੜਾ ਹੋਇਆ, ਉਹ ਵੀ ਦਬ ਕੇ ਰਹਿ ਗਿਆ। ਕਿਤੇ ਇਹ ਨਾ ਹੋਵੇ ਵੀ ਬੇਅਦਬੀ ਦਾ ਮੁੱਦਾ ਇੱਕਦਮ ਖੜਾ ਹੋਇਆ ਤੇ ਇੰਟਰਵਿਊਆਂ ਸਾਡੇ ਵਰਗਿਆਂ ਨੇ ਕਰੀਆਂ ਤੇ ਬਾਅਦ ਦੇ ਵਿੱਚੋਂ ਕੋਈ ਆਵੇ ਹੀ ਨਾ। ਦੇਖੋ, ਅਸੀਂ ਤਾਂ ਸਿਰਫ ਅਸੀਂ ਕਰ ਕੀ ਸਕਦੇ ਹਾਂ ਇਹਦੇ ਵਿੱਚ? ਅਸੀਂ ਕਰ ਸਕਦੇ ਹਾਂ ਆਵਾਜ਼ ਬੁਲੰਦ ਕਰ ਸਕਦੇ ਹਾਂ, ਅਸੀਂ ਕਾਨੂੰਨੀ ਤੌਰ ਤੇ ਪੈਰਵਾਈ ਕਰ ਸਕਦੇ ਹਾਂ। ਸਾਡੇ ਜਿਹੜੇ ਗੁਰਸੇਵਕ ਸਿੰਘ ਫੌਜੀ ਮੱਲਕੇ, ਜਿਹੜਾ ਮੱਲਕੇ ਵਾਲੀ ਬੇਅਦਬੀ ਦਾ ਮੁੱਖ ਗਵਾਹ ਹੈ, ਇਹ ਕੇਸ ਵੀ ਜਿਹੜੇ ਸੀਗੇ ਸਰਸੇ ਵਾਲੇ ਸੁਪਰੀਮ ਕੋਰਟ ਤੱਕ ਲੈ ਗਏ ਸੀ ਚੱਕ ਕੇ, ਤੇ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਉਹ 'ਤੇ ਪੈਰਵਾਈ ਕੀਤੀ। HS ਫੂਲਕਾ ਸਾਹਿਬ ਨੂੰ ਬੇਨਤੀ ਕੀਤੀ, ਉਹਨਾਂ ਨੇ ਉੱਥੇ ਪੈਰਵਾਈ ਕਰਕੇ ਉਹ ਕੇਸ ਉੱਥੋਂ ਡਿਸਮਿਸ ਕਰਵਾ ਕੇ ਉਹ ਪੰਜਾਬ ਦੇ ਵਿੱਚ ਹੀ ਚੱਲ ਰਿਹਾ। ਉਹਨਾਂ 'ਤੇ ਡਬਲ ਕੇਸ ਚੱਲ ਰਿਹਾ, 120B ਦਾ ਵੀ ਲਾਤਾ, ਕਿਉਂਕਿ ਉਹ ਚੈੱਕ ਦਿੰਦੇ ਸੀਗੇ ਕਿ ਤੁਸੀਂ ਮੁੱਕਰ ਜੋ ਕਾਨੂੰਨੀ ਤੌਰ 'ਤੇ ਜਿੰਨਾ ਹੈ। ਤੇ ਮੈਂ ਧੰਨਵਾਦ ਕਰਦਾ ਸਰਦਾਰ ਨਵਕਿਰਨ ਸਿੰਘ ਹੋਰਾਂ ਦਾ ਖਾਸ ਤੌਰ 'ਤੇ ਹੋਰਾਂ ਦਾ ਵੀ ਸਭ ਦਾ, ਜਸਪਾਲ ਸਿੰਘ ਮੰਝਪੁਰ ਜੀ ਦਾ, ਕਿ ਇਹਨਾਂ ਵਕੀਲਾਂ ਨੇ ਸਾਨੂੰ ਕਿਹਾ ਹੋਇਆ ਕਿ ਕੋਈ ਵੀ ਕੇਸ ਤੁਹਾਡਾ ਬੇਅਦਬੀ ਦਾ ਹੈ, ਅਸੀਂ ਫ੍ਰੀ ਆਫ ਕਾਸਟ ਲੜਾਂਗੇ, ਸਾਨੂੰ ਤੁਸੀਂ ਦੱਸ ਦਿਓ। ਸੁਪਰੀਮ ਕੋਰਟ ਦੇ ਵਿੱਚ ਸਾਡੇ ਕੋਲ ਫੂਲਕਾ ਸਾਹਿਬ ਹੈਗੇ ਨੇ, ਹਾਈ ਕੋਰਟ ਦੇ ਵਿੱਚ ਸਾਡੇ ਕੋਲ ਨਵਕਿਰਨ ਸਿੰਘ ਹੈਗੇ ਨੇ, ਜਸਪਾਲ ਸਿੰਘ ਮੰਝਪੁਰ ਜੀ ਵੀ ਲੜਦੇ ਆ। ਜਿਹੜਾ 2007 ਵਾਲਾ ਕੇਸ ਆ ਉਹ ਵੀ ਉਹ ਹੁਣ ਲੜ ਰਹੇ ਆ ਬਾਬਾ ਹਰਦੀਪ ਸਿੰਘ ਮਹਾਰਾਜ ਨਾਲ, ਤੇ ਉਹ ਸਾਰੇ ਬੰਦੇ ਕੰਮ ਕਰ ਰਹੇ ਆ। ਤਾਂ ਸਾਡੇ ਜਿੰਨੇ ਵੀ ਚੰਗੇ ਸੁਹਿਰਦ ਸਿੱਖ ਨੇ ਉਹ ਸਾਰੇ ਗਰਾਊਂਡ 'ਤੇ ਵੀ ਕੰਮ ਕਰ ਰਹੇ ਆ। ਤੇ ਬਾਕੀ ਐਜ ਏ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਸਮੇਂ-ਸਮੇਂ 'ਤੇ ਆਪਾਂ ਸਾਰੀ ਡਿਟੇਲ ਸੰਗਤ ਦੇ ਧਿਆਨ ਵਿੱਚ ਲਿਆਉਂਦੇ ਆ ਕਿ ਆਹ ਭਾਈ ਮੁੱਦਾ ਹੈ, ਵਿਦ ਪ੍ਰੂਫ ਸਾਰੀ ਗੱਲਬਾਤ ਕਰਦੇ ਆ, ਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਲਗਾਤਾਰ ਜਾਰੀ ਰੱਖਾਂਗੇ। ਮੋਰਚੇ ਲੱਗਦੇ ਨੇ, ਮੋਰਚਿਆਂ ਦੇ ਵਿੱਚੋਂ ਬੜਾ ਕੁਛ ਜਿਹੜਾ ਕਿ ਨਿਕਲ ਜਾਂਦਾ, ਮੋਰਚੇ ਖਤਮ ਹੋਣ ਦੀ ਕਗਾਰ 'ਤੇ ਹੋ ਜਾਂਦੇ ਨੇ। ਬਹਿਮਲ ਕਲਾਂ ਦੀ ਗੱਲ ਕਰ ਲਈਏ, ਬਗਰਾੜੀ ਮੋਰਚੇ ਦੀ ਗੱਲ ਕਰ ਲਈਏ, ਚਾਹੇ ਦੀ ਕੌਮੀ ਇਨਸਾਫ ਮੋਰਚੇ ਦੀ ਗੱਲ ਕਰ ਲਈਏ, ਅਜਿਹਾ ਕਿ ਹੁੰਦਾ ਇੱਕ ਵਾਰ ਕੌਮ ਇਕੱਠੀ ਹੁੰਦੀ ਹੈ, ਬਾਅਦ ਚੋਂ ਘਰੋਂ ਘਰੀ ਬੈਠ ਜਾਂਦੀ ਹੈ। ਦੇਖੋ, ਸੰਗਤ ਦੇ ਤਾਂ ਕੋਈ ਕਸੂਰ ਨਹੀਂ ਜੀ, ਕੌਮ ਤਾਂ ਸਾਰੀ ਇਕੱਠੀ ਹੋ ਕੇ ਜਾਂਦੀ ਹੈ। ਪਰ ਮੈਂ ਜਿਹੜੇ ਆਗੂ ਨੇ ਜਿੰਨੇ ਵੀ ਸੱਜਣ, ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਇਕੱਠ ਕਰਨਾ ਕੋਈ ਔਖਾ ਨਹੀਂ ਹੈ, ਇਕੱਠ ਦੀਆਂ ਉਮੀਦਾਂ ਤੇ ਖਰੇ ਉਤਰਨਾ ਔਖਾ ਕੰਮ ਹੁੰਦਾ ਹੈ। ਤਾਂ ਉਹ ਸਾਡੇ ਆਗੂ ਸਾਹਿਬਾਨ ਨੂੰ ਵੇਖਣਾ ਚਾਹੀਦਾ ਕਿ ਪਹਿਲਾਂ ਪੂਰਾ ਵਿਜ਼ਨ ਬਣਾ ਕੇ, ਪੂਰਾ ਇੱਕ ਰੋਡ ਮੈਪ ਬਣਾ ਕੇ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਤੇ ਮੈਨੂੰ ਲੱਗਦਾ ਸਾਰੇ ਆਪੋ ਆਪਣੇ ਤਰੀਕੇ ਨਾਲ ਲੱਗੇ ਹੋਏ ਨੇ, ਤੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਜ਼ਰੂਰ। ਅਸੀਂ ਬਹੁਤ ਹੱਦ ਤੱਕ ਅਸੀਂ ਸਫਲ ਹੋ ਚੁੱਕੇ ਹਾਂ। ਤੁਸੀਂ ਇਹ ਦੇਖੋ ਕਿ ਬਾਦਲ ਕਾ ਟੱਬਰ ਜਿਹੜੇ 25 ਸਾਲ ਦੀ ਰਾਜ ਦੀਆਂ ਗੱਲਾਂ ਕਰਦੇ ਸੀ, ਅੱਜ ਉਹ ਇੱਕ ਸਟੇਟ ਦੀ ਪਾਰਟੀ ਨੂੰ ਜਿੰਨੇ MLA ਚਾਹੀਦੇ ਆ, 2 1 MP ਚਾਹੀਦਾ ਘੱਟੋ ਘੱਟ, ਤਾਂ ਹੀ ਉਹ ਸਟੇਟ ਦੀ ਪਾਰਟੀ ਰਹਿ ਸਕਦੀ ਹੈ। ਅੱਜ ਉਹ ਸਿਰਫ ਉਹ ਉਨੀ ਯੋਗਤਾ ਹੀ ਪੂਰੀ ਕਰਦੇ ਨੇ। ਜੇ 1 MLA ਟੁੱਟ ਗਿਆ, ਇਹਨਾਂ ਦੀ ਪਾਰਟੀਸ਼ਿਪ ਖਤਮ ਹੋ ਜੂਗੀ। 1 MP ਤਾਂ ਚਲੋ ਆਪ ਹੀ ਨੇ, ਉਹਨਾਂ ਨੇ ਕੀ ਟੁੱਟਣਾ। ਮਤਲਬ ਹਾਲ ਦੇਖੋ ਨਾ ਕਿਸ ਕਿਸਮ ਦਾ ਹੋ ਗਿਆ, ਕਿੱਡੀ ਤਰਸਯੋਗ ਹਾਲਤ ਹੋ ਗਈ ਪੋਲੀਟੀਕਲ ਤੌਰ 'ਤੇ। ਤੇ ਬਾਕੀ ਵੀ ਸਭ ਇਸ ਕਰਕੇ ਸਾਡਾ ਗੁਰੂ 'ਤੇ ਭਰੋਸਾ ਹੋਣ ਕਰਕੇ ਗੁਰੂ ਸਾਹਿਬ ਬਹੁਤ ਇਨਸਾਫ ਕਰ ਰਹੇ ਨੇ, ਤੇ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਜੀ। ਸੌਦਾ ਸਾਹਿਬ ਨੂੰ ਪੈਰੋਲ ਮਿਲੀ ਆ, ਪੈਰੋਲ ਤੋਂ ਕੀ ਸਮਝਦੇ ਹੋ ਜਿਹੜਾ ਕਿ ਬੰਦੀ ਸਿੰਘਾਂ ਦੀ ਪੈਰੋਲ ਦੇ ਲਈ ਜਾਂ ਰਿਹਾਈ ਦੇ ਲਈ ਇੱਕ ਮੋਰਚਾ ਲੱਗਿਆ ਹੋਇਆ? ਥੋੜ੍ਹੀ ਜਿਹੀ ਗੱਲ ਇਹਦੇ 'ਤੇ ਵੀ ਕਰ ਲਈ ਜੀ। ਦੇਖੋ, ਸੌਦਾ ਸਾਧ ਜਿਹੜਾ ਕਾਤਲ ਹੈ, ਜਿਹੜਾ ਰੇਪਿਸਟ ਹੈ, ਜਿਹਨੇ ਮੌੜ ਬੰਬ ਕਾਂਡ ਕਰਾਇਆ, ਜਿਹਨੇ ਬੇਅਦਬੀਆਂ ਕਰਾਈਆਂ, ਜਿਹੜਾ ਲਗਾਤਾਰ ਛਤਰਪਤੀ ਵਰਗੇ ਇਮਾਨਦਾਰ ਬੰਦਿਆਂ ਦਾ ਕਤਲ ਕਰਦਾ ਹੈ, ਬਹੁਤ ਵੱਡਾ ਮੇਰੇ ਹਿਸਾਬ ਨਾਲ ਇੰਡੀਆ ਦਾ ਸਭ ਤੋਂ ਵੱਡਾ ਅੱਤਵਾਦੀ ਅੱਜ ਦੀ ਡੇਟ 'ਚ ਉਹ ਹੈ। ਪਰ ਉਹਨੂੰ ਵਾਰ-ਵਾਰ ਪੈਰੋਲਾਂ ਦੇਣ ਵਾਲੇ, ਵਾਰ-ਵਾਰ ਉਹਨੂੰ ਫਰਲੋਆਂ ਦੇਣ ਵਾਲੇ, ਕੋਈ ਨਾ ਕੋਈ ਕਾਨੂੰਨ ਦੀ ਚੋਰ ਮੋਰੀ ਕੋਈ ਕੱਢ ਕੇ ਇਹ ਸਾਰੀਆਂ ਸਕੀਮਾਂ ਹਾਈ ਕੋਰਟ ਨੇ ਕਿਹਾ, ਹਾਲਾਂਕਿ ਹਾਈ ਕੋਰਟ ਨੇ ਇਹ ਕਿਹਾ ਕਿ ਤੁਸੀਂ ਸੋਚ ਵਿਚਾਰ ਕਰੋ
ਇਹਨੂੰ ਬਾਰ-ਬਾਰ ਪੈਰੋਲਾਂ ਜਿਹੜੀਆਂ ਦਿੰਦੇ ਹੋ। ਇਹਦੇ ਬਾਵਜੂਦ ਥੋੜੇ ਦਿਨਾਂ ਬਾਅਦ ਫੇਰ ਪੈਰੋਲ ਦੇ ਦਿੱਤੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਉਹਨਾਂ ਲੀਡਰਾਂ ਨੂੰ, ਭਾਵੇਂ ਉਹ ਕਿਸੇ ਪਾਰਟੀ ਦੇ ਹੋਣ, ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਸੌਦਾ ਸਾਧ ਇੰਨਾ ਚੰਗਾ ਲੱਗਦਾ ਹੈ, ਉਹਨੂੰ 5 ਦਿਨ ਹੁਣ ਜਦੋਂ ਪੈਰੋਲ ਤੇ ਆਉਂਦਾ ਆਪਣੇ ਘਰ ਰੱਖ ਲਓ, ਨਾਲੇ ਤੁਹਾਨੂੰ ਨਾਮਦਾਨ ਦੇ ਜੂ ਸਾਰੇ ਪਰਿਵਾਰ ਨੂੰ, ਤੇ ਨਾਲੇ ਉਹ ਤੁਹਾਨੂੰ ਪਤਾ ਲੱਗ ਜੂ ਕਿੱਡਾ ਕੁ ਜੀਵਨ ਹੈ ਉਹਦਾ। ਫਿਰ ਉਹਨੂੰ ਘਰੇ ਰੱਖ ਲੈਣ। ਫਿਰ ਹੁਣ ਇਹ ਗੱਲ ਚੁਭਣੀ ਹੈ, ਇਹ 'ਚ ਜਾਨ ਨਿਕਲਣੀ ਹੈ ਸਭ ਦੀ। ਇਹ ਕੀ ਕਹਿਤਾ? ਉਹ ਇਸ ਕਿਸਮ ਦਾ ਬੰਦਾ ਹੈ ਕਿ ਏਡੇ ਘਟੀਆ ਬੰਦੇ ਤਾਂ ਦਰਵਾਜ਼ੇ ਦੇ ਅੱਗੇ ਖੜ ਜਾਣ, ਬੰਦੇ ਲੜ ਪੈਂਦੇ ਹੁੰਦੇ ਆ ਕਿ ਤੂੰ ਖੜਾ ਕੀ ਕਰਨ ਨੂੰ ਹੈ ਸਾਡੇ ਘਰੇ। ਉਹਨੂੰ ਤੁਸੀਂ ਬਾਰ-ਬਾਰ ਪੈਰੋਲਾਂ ਦੇ ਰਹੇ ਹੋ। ਇਹ ਸਮਾਜ ਲਈ, ਦੇਸ਼ ਲਈ, ਇਹ ਸਾਡੇ ਲੋਕਾਂ ਲਈ, ਸਾਡੀਆਂ ਧੀਆਂ ਭੈਣਾਂ ਲਈ, ਸਭ ਲਈ ਖਤਰਨਾਕ ਹੈ। ਇਸ ਲਈ ਇਹ ਬੜੀ ਮਾੜੀ ਗੱਲ ਹੈ। ਜਿਹੜੀ ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਅੱਧੇ ਮਿੰਟ 'ਚ ਦੱਸ ਦਿੰਦਾ। ਸਾਡੇ ਨਾਲ ਵਾਰ-ਵਾਰ ਵਾਅਦੇ ਕਰਕੇ ਮੁੱਕਰਿਆ ਗਿਆ। ਆਹ ਦੇਖੋ, ਕੇਂਦਰ ਸਰਕਾਰ ਨੇ 11 ਅਕਤੂਬਰ 2019 ਨੂੰ ਆਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਬੰਦੀ ਸਿੰਘ ਰਿਹਾ ਕਰਾਂਗੇ। ਆਪ ਸਾਰੀਆਂ ਗੱਲਾਂ ਤੋਂ ਇਹ ਮੁੱਕਰ ਗਏ, ਕਿਉਂਕਿ ਆਰਟੀਕਲ 72 ਦੇ ਤਹਿਤ ਕੇਂਦਰ ਸਰਕਾਰ ਕਿਸੇ ਵੀ ਬੰਦੀ ਸਿੰਘ, ਕਿਸੇ ਵੀ ਕੈਦੀ ਨੂੰ ਰਿਹਾ ਕਰ ਸਕਦੀ ਹੈ, ਕਾਨੂੰਨ ਹੈ। ਆਰਟੀਕਲ 161 ਦੇ ਤਹਿਤ ਸੂਬਾ ਸਰਕਾਰ ਆਪਣੇ ਸੂਬੇ ਅੰਦਰ ਰਹਿੰਦੇ ਕਿਸੇ ਵੀ ਕੈਦੀ ਨੂੰ ਰਿਹਾ ਕਰ ਸਕਦੀ ਹੈ। ਪਰ ਇਹਨਾਂ ਨੇ ਡੱਕਾ ਨਹੀਂ ਤੋੜਿਆ, ਸਭ ਟਾਈਮ ਪਾਸ ਕਰ ਰਹੇ ਹੈ। ਰਾਜੋਆਣਾ ਸਾਹਿਬ ਦੀ ਜਿਹੜੀ ਫਾਂਸੀ ਉਮਰ ਕੈਦ 'ਚ ਤਬਦੀਲ ਕਰਨੀ ਹੈ, ਉਹ ਆਰਟੀਕਲ 72 ਦੇ ਤਹਿਤ ਕੇਂਦਰ ਸਰਕਾਰ ਨਹੀਂ ਕਰਨੀ ਹੈ। ਤਾਂ ਇਹ ਕੁਝ ਕਰ ਨਹੀਂ ਰਹੇ, ਸਾਡੇ ਨਾਲ ਧੋਖਾ ਕਰ ਰਹੇ ਨੇ, ਝੂਠ ਬੋਲ ਰਹੇ ਨੇ ਸਾਰੀਆਂ ਗੱਲਾਂ ਤੇ ਜਿਹੜਾ ਆ ਦੂਜੇ ਪਾਸੇ ਆ ਜਿਹੜੇ ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ, ਸਾਡੇ ਕਾਤਲਾਂ ਨੂੰ, ਉਹਨਾਂ ਨੂੰ ਆ ਦੇਖੋ, ਆ ਬੰਦੇ ਨੂੰ ਉਮਰ ਕੈਦ ਹੋਈ ਹੈ 2 ਸਾਲ 4 ਮਹੀਨੇ 6 ਦਿਨ ਕੁੱਲ ਸਜ਼ਾ ਕੱਟੀ ਹੈ ਨੇ ਤੇ ਰਿਹਾ ਹੋ ਗਿਆ। ਆਹ ਬੰਦੇ ਨੂੰ ਉਮਰ ਕੈਦ ਹੋਈ ਹੈ 2 ਸਾਲ 5 ਦਿਨਾਂ ਬਾਅਦ ਰਿਹਾ ਹੋ ਗਿਆ। ਇਹਨੂੰ ਉਮਰ ਕੈਦ ਹੋਈ ਹੈ 1 ਸਾਲ 11 ਮਹੀਨੇ 13 ਦਿਨਾਂ ਬਾਅਦ ਰਿਹਾ ਹੋ ਗਿਆ। ਆਹ ਉਮਰ ਕੈਦ ਹੋਈ ਹੈ 1 ਸਾਲ 11 ਮਹੀਨੇ 7 ਦਿਨਾਂ ਬਾਅਦ ਰਿਹਾ ਹੋ ਗਿਆ। ਕਿਉਂਕਿ ਇਹਨਾਂ ਦੀ ਸਿਫਾਰਿਸ਼ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਅਤੇ DGP ਪੰਜਾਬ ਪੁਲਿਸ ਨੇ ਕਰਤੀ। ਜੇ ਤਾਂ ਇਹਨਾਂ ਦੀ ਸਿਫਾਰਿਸ਼, ਸਾਡੇ ਕਾਤਲਾਂ ਦੀ ਸਿਫਾਰਿਸ਼ ਤਾਂ DGP ਨੇ ਕਰਤੀ, ਉਹ ਤਾਂ ਬੰਦੇ ਹੋ ਗਏ ਰਿਹਾ, ਤੇ ਸਾਡੇ ਜਿਹੜੇ ਯੋਧੇ ਨੇ, ਸਾਡੇ ਹੀਰੇ ਨੇ, ਉਹਨਾਂ ਦੀ ਸਿਫਾਰਿਸ਼ ਤਾਂ ਫਿਰ ਸਿੱਖਾਂ ਨੇ ਕਰਨੀ ਹੈ। ਸਿੱਖ ਆਪਣੇ ਵੱਲੋਂ ਲੜਾਈ ਲੜ ਰਹੇ ਹੈ। ਇਹ ਇਹਨਾਂ ਨੇ ਵੇਖਣਾ ਹੈ, ਰਾਜਕਰਤਾ ਧਿਰਾਂ ਨੇ, ਕਿ ਉਹਨਾਂ ਨੇ ਸਾਨੂੰ ਉਹੀ ਜਰਾਇਮ ਪੇਸ਼ਾ ਜਿਹੜਾ ਉਹ ਆਜ਼ਾਦੀ ਤੋਂ 56 ਦਿਨ ਬਾਅਦ ਸਾਨੂੰ ਕਹਿੰਦੇ ਸੀ ਕਿ ਅੱਜ ਵੀ ਸਾਨੂੰ ਜ਼ੁਲਮ ਕਰਨ ਵਾਲੇ ਲੋਕ ਸਮਝ ਕੇ ਉਸੇ ਤਰ੍ਹਾਂ ਸਾਡੇ ਤੇ ਕਹਿਰ ਢਾਉਣਾ ਤੇ ਜਾਂ ਫਿਰ ਸਾਨੂੰ ਜਿਹੜਾ ਇਹ ਛੱਡਣਾ ਹੈ। ਜਦੋਂ ਸਾਡੇ 32 30 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਸਾਡੇ ਸਿੱਖਾਂ ਦੇ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਬਾਕੀਆਂ ਨੂੰ ਵੀ ਤਾਂ ਛੱਡਿਆ ਹੀ ਹੈ ਜੀ। ਤੇ ਬਾਕੀ ਜਿੰਨੇ ਕੁ ਛੱਡੇ ਆ ਇਹਨਾਂ ਨੇ, ਤੁਸੀਂ ਵੇਖੋ, ਦਇਆ ਸਿੰਘ ਲਾਹੌਰੀਆ, ਹਰਨੇਕ ਸਿੰਘ ਭੱਪ, ਜਿਹੜੇ ਪਰਮਾਨੈਂਟ ਪੈਰੋਲ ਤੇ ਨੇ। ਪਰਮਾਨੈਂਟ ਪੈਰੋਲ ਤਾਂ ਸੂਬਾ ਸਰਕਾਰ ਵੀ ਦੇ ਸਕਦੀ ਹੈ, ਬੜਾ ਸੌਖਾ ਕੰਮ ਹੈ। ਜਿਵੇਂ ਰਾਜਸਥਾਨ ਦੇ ਵਿੱਚ ਇਹ ਹੈ, ਇੱਕ ਲਾਈਨ ਲਿਖਣੀ ਹੈ ਪੰਜਾਬ ਸਰਕਾਰ ਨੇ ਸਿਰਫ, ਕਿ ਜਿਹਨੇ 14 ਸਾਲ ਜੇਲ੍ਹ ਕੱਟ ਲਈ ਜਾਂ 3 ਪੈਰੋਲਾਂ ਕੱਟ ਲਈਆਂ, ਉਹਨਾਂ ਨੂੰ ਪਰਮਾਨੈਂਟ ਪੈਰੋਲ ਦੇ ਸਕਦੇ ਆ ਜੀ। ਇਸੇ ਤਹਿਤ ਰਾਜਸਥਾਨ ਦੇ ਵਿੱਚੋਂ ਭਾਈ ਹਰਨੇਕ ਸਿੰਘ ਭੱਪ ਤੇ ਦਇਆ ਸਿੰਘ ਲਾਹੌਰੀਆ ਨੂੰ ਪਰਮਾਨੈਂਟ ਪੈਰੋਲ ਮਿਲੀ ਹੋਈ ਹੈ। ਤਾਂ ਇਹ ਸੂਬਾ ਸਰਕਾਰ ਵੀ ਇੰਨਾ ਕੰਮ ਨਹੀਂ ਕਰ ਰਹੀ। ਤਾਂ ਇਹ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਹੁਣ ਪਰਮਾਨੈਂਟ ਉਹ 'ਤੇ ਆਏ ਹੈ, ਜ਼ਮਾਨਤ 'ਤੇ ਆਏ ਹੈ। ਤੇ ਉਹ ਤੁਸੀਂ ਦੇਖ ਲਓ, ਜਿੰਨੇ ਬੰਦੇ ਬਾਹਰ ਆਏ ਨੇ, ਉਹਨਾਂ ਨੇ ਕਿੰਨੀ ਕੁ ਕਤਲੋਗਾਰਤ ਕਰਤੀ, ਕਿੱਥੇ ਕਿੱਥੇ ਧਮਾਕੇ ਕਰਤੇ। ਜਿਹੜਾ ਤੁਹਾਨੂੰ ਖਤਰਾ ਲੱਗ ਰਿਹਾ, ਕੋਈ ਖਤਰਾ ਨਹੀਂ। ਹੁਣ ਹਾਲਾਤ ਬਦਲ ਗਏ, ਸਭ ਕੁਝ ਬਦਲ ਗਿਆ, ਤੇ ਉਹ ਸਾਰੇ ਸਿੰਘਾਂ ਨੂੰ, ਸਾਡਿਆਂ ਨੂੰ ਛੱਡ ਦੇਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਇੱਕ ਬੇਹੱਦ ਖਾਸ ਮੁਲਾਕਾਤ ਸੀ ਉਹ ਕਰ ਰਹੇ ਸੀ। ਲਗਾਤਾਰ ਇੰਟਰਵਿਊਆਂ ਦਾ ਦੌਰ ਜਾਰੀ ਆ, ਕਿਉਂਕਿ 2015 ਦੇ ਵਿੱਚ ਹੋਈ ਬੇਅਦਬੀ ਨੂੰ ਲੈ ਕੇ ਉਹ ਗਵਾਹ ਮੂਹਰੇ ਆ ਰਹੇ ਨੇ, ਜਾਂ ਉਹ ਜਿਨ੍ਹਾਂ ਨੇ ਮੁਸੀਬਤਾਂ ਉਸ ਵਕਤ ਝੱਲੀਆਂ ਜਾਂ ਜਿਨ੍ਹਾਂ ਦੇ ਉੱਪਰ ਤਸ਼ੱਦਦ ਹੋਇਆ, ਉਹ ਲੋਕ ਮੂਹਰੇ ਆ ਰਹੇ ਨੇ। ਇੰਟਰਵਿਊਆਂ ਉਹਨਾਂ ਦੀਆਂ ਕਰ ਰਹੇ ਹਾਂ ਤੇ ਲਗਾਤਾਰ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਨਾਲ ਸੀ ਸਰਦਾਰ ਹਰਜਿੰਦਰ ਸਿੰਘ ਮਾਝੀ, ਤੇ ਕੋਸ਼ਿਸ਼ ਰਹੇਗੀ ਕਿ ਅਸੀਂ ਇਹਨਾਂ ਦੇ ਉੱਪਰ ਗੌਰ ਕਰਦੇ ਰਹੀਏ। ਜਿਹੜਾ ਮੁੱਦਾ 2015 ਤੋਂ ਲੈ ਕੇ ਜਾਂ 2007 ਦੀ ਗੁਰੂ ਸਾਹਿਬ ਦੇ ਸੰਵਾਗ ਧਾਰਨ ਦਾ ਮੁੱਦਾ ਸੀ, ਜਾਂ 2015 ਦੀ ਬੇਅਦਬੀ ਦਾ ਮੁੱਦਾ ਸੀ, ਤਾਂ ਲਗਾਤਾਰ ਸਾਡੀ ਕੋਸ਼ਿਸ਼ ਰਹੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਸਾਲ ਬੀਤ ਚੁੱਕੇ ਨੇ 2015 ਤੋਂ 2024 ਦਾ। ਜੇਕਰ ਆਪਾਂ ਪੈਂਡਾ ਤੈਅ ਕਰੀਏ ਤਾਂ ਸਰਕਾਰਾਂ ਵੀ 3 ਬਦਲ ਗਈਆਂ ਵਿੱਚੋਂ ਦੀ, ਤੇ 4 ਮੁੱਖ ਮੰਤਰੀ ਬਦਲ ਗਏ ਨੇ ਜੀ। ਸਿੱਖ ਕੌਮ ਨੂੰ ਕਿਤੇ ਇਨਸਾਫ ਮਿਲਿਆ? ਸਿੱਖ ਕੌਮ ਨੂੰ ਜਿਹੜਾ ਇਨਸਾਫ ਹੈ, ਉਹ ਮੈਨੂੰ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਹੀ ਹਮੇਸ਼ਾ ਮਿਲਦਾ ਰਿਹਾ। ਕਿਉਂਕਿ ਇਨਸਾਫ ਕਰਨ ਦੇ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ, ਵਾਅਦੇ ਕਰਨ ਵਾਲੇ ਲੋਕ ਨੇ ਜੀ, ਉਹਨਾਂ ਨੇ ਤਾਂ ਏਡੇ ਸੈਂਸਿਟਿਵ ਮੁੱਦੇ ਨੂੰ ਸਿਰਫ ਤੇ ਸਿਰਫ ਇੱਕ ਸਿਆਸੀ ਰੋਟੀਆਂ ਸੇਕਣ ਤੱਕ ਸੀਮਿਤ ਰੱਖਿਆ।
ਪਰ ਇਹੋ ਜਿਹੇ ਬੰਦਿਆਂ ਤੋਂ ਪੁੱਛਗਿੱਛ ਨਹੀਂ ਹੋਈ। ਜਦੋਂ ਚੱਡੇ ਪਾੜੇ ਗਏ, ਸਾਡੇ ਸਿੱਖ ਨੌਜਵਾਨਾਂ ਦੇ ਪਾੜੇ ਗਏ, ਸਾਡੇ ਬੇਕਸੂਰ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਕਹਿਰ ਢਾਇਆ ਗਿਆ। ਮਾਝੀ ਸਾਹਿਬ, ਜਿਵੇਂ ਕਾਫੀ ਵਾਦ ਵਿਵਾਦ ਦੇ ਵਿੱਚ ਵੀ ਰਹੇ ਹੋ ਤੁਸੀਂ, ਉਦੋਂ ਕਹਿੰਦੇ ਕਿ ਤੁਸੀਂ ਸਰਸੇ ਵਾਲੇ ਦੇ ਜਿਹੜੇ ਉਹਨਾਂ ਦੇ ਲੋਕਟ ਵਗੈਰਾ ਸੀਗੇ ਉਹ ਵੀ ਲਾਤੇ ਸੀ ਪ੍ਰੇਮੀਆਂ ਨੇ ਉਦੋਂ। ਤਾਂ ਇਹ ਮੈਨੂੰ ਆਪਣੇ ਆਪ ਦੇ ਵਿੱਚ ਤਾਂ ਕੁਝ ਨਹੀਂ ਲੱਗਦਾ ਕਿ ਮੈਂ ਕੋਈ ਖਾਸ ਕੁਛ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੋਈ ਜਦੋਂ ਉੱਥੇ ਗੁਰਬਾਣੀ, ਇਤਿਹਾਸ, ਵਿਰਸੇ ਦੀ ਗੱਲ ਹੋਈ ਤਾਂ ਲੋਕ ਜਿਹੜੇ ਧਾਗੇ ਤਵੀਤ ਪਾਏ ਹੁੰਦੇ ਸੀਗੇ ਉਹ ਸਾਰੇ ਤੋੜ ਕੇ ਉੱਥੇ ਸੁੱਟ ਜਾਂਦੇ ਹੁੰਦੇ ਸੀ। ਜਦੋਂ ਬਹੁਤ ਸਾਰੇ ਪਿੰਡਾਂ 'ਚ ਇਹ ਵਾਪਰਿਆ ਸੀਗਾ। ਜਿਵੇਂ ਹੁਣ ਅਕਾਲੀ ਦਲ ਵੀ ਦੁਫਾੜ ਹੋਇਆ, ਅਕਾਲੀ ਦਲ ਦੇ ਜਿਹੜਾ ਬਾਗੀ ਧੜਾ ਉਹ ਕਹਿੰਦਾ ਕਿ ਵੀ ਜਿਹੜੀਆਂ ਗਲਤੀਆਂ ਗੁਨਾਹ ਹੋਏ ਨੇ ਉਹਨਾਂ ਦੀ ਮਾਫੀ ਮੰਗੇ ਸੁਖਬੀਰ ਬਾਦਲ। ਅਜਿਹੀਆਂ ਗੱਲਾਂ ਹੋ ਰਹੀਆਂ ਨੇ। ਕੀ ਹੁਣ ਅਕਾਲੀ ਦਲ ਦਾ ਬਾਗੀ ਹੋਣਾ ਜਾਂ ਦੁਫਾੜ ਹੋਣਾ ਇਹ ਵੀ ਉਹੀ ਕਾਰਨ? ਇਹ ਸਾਰੇ ਜਿਹੜੇ ਬੰਦੇ ਨੇ, ਜਿਹੜਾ ਅਕਾਲੀ ਦਲ, ਦੇਖੋ ਅਕਾਲੀ ਹੋਣਾ ਤੇ ਇੱਕ ਸਿਆਸੀ ਪਾਰਟੀ ਅਕਾਲੀ ਦਲ 'ਚ ਹੋਣਾ ਬਿਲਕੁਲ ਵੱਖਰੀਆਂ ਵੱਖਰੀਆਂ ਗੱਲਾਂ ਨੇ। ਇਹਨਾਂ ਦਾ ਕੁਰਸੀਆਂ ਦਾ ਚੌਧਰਾਂ ਦਾ ਰੌਲਾ। ਹੁਣ 30 ਦੀ ਥਾਵੇਂ ਹੁਣ ਇਹ 15 ਦਾ ਗਰੁੱਪ ਬਣਾ ਕੇ, ਜੇ ਤਾਂ ਇਹ 30 ਬੰਦੇ ਇਕੱਠੇ ਐ ਫਿਰ ਰੌਲਾ ਪਾਉਂਦੇ ਪੰਥ ਪੂਰਾ ਇਕੱਠਾ ਚੜ੍ਹਦੀ ਕਲਾ 'ਚ ਹੈ। ਜੇ 30 ਬੰਦਿਆਂ ਦੇ 2 ਗਰੁੱਪ ਬਣ ਗਏ, ਅੱਡੋ ਪਾਰਟੀ ਹੋ ਗਏ ਚੌਧਰਾਂ ਦੇ ਚੱਕਰ 'ਚ, ਹੁਣ ਪੰਥ 'ਚ ਫੁੱਟ ਪੈ ਗਈ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਕੀ ਇਹ 15 ਬੰਦੇ 30 ਬੰਦੇ ਇਹੀ ਪੰਥ ਨੇ ਜੀ? ਤੁਸੀਂ ਮੈਨੂੰ ਦੱਸੋ, ਤੁਸੀਂ ਗੱਡੀ ਦਾ ਡਰਾਈਵਰ ਰੱਖਦੇ ਹੋ, ਜਿਹੜੇ ਡਰਾਈਵਰ ਨੇ ਗੱਡੀ ਦਾ 20 ਵਾਰੀ ਐਕਸੀਡੈਂਟ ਕਰਤਾ ਹੋਵੇ ਪਹਿਲਾਂ, ਹੁਣ ਉਹਨੂੰ ਦੁਬਾਰਾ ਡਰਾਈਵਰ ਰੱਖੋਗੇ ਤੁਸੀਂ? ਜਿਹੜੀ ਮਾਫੀ ਵਾਲੀ ਚਿੱਠੀ ਲਿਖੀ ਜਾਂਦੀ ਹੈ, ਮਾਫੀ ਵਾਲੀ ਚਿੱਠੀ ਦੇ ਵਿੱਚ ਕਹਿੰਦੇ ਕਿ ਉਹ ਵੀ ਇੱਕ ਗੁੰਮਰਾਹ ਕੀਤਾ ਗਿਆ ਸੀ। ਇਹਨਾਂ ਨੇ ਬੜੀ ਪਲੈਨਿੰਗ ਨਾਲ ਸਾਰਾ ਕੁਝ ਕੀਤਾ, ਕਿਉਂਕਿ ਉਹ ਚਿੱਠੀ ਜਿਹੜੀ ਅਸਲ 'ਚ ਮਾਫੀ ਦੀ ਨਹੀਂ ਸੀ। ਸਰਸੇ ਵਾਲੇ ਸਾਧ ਨੇ ਤਾਂ ਸਪਸ਼ਟੀਕਰਨ ਦੀ ਚਿੱਠੀ ਭੇਜੀ ਸੀ। ਇਸ ਗੱਲ ਤੋਂ ਸਰਸੇ ਵਾਲਾ ਸਾਧ ਵੀ ਗੁੱਸੇ ਹੋ ਗਿਆ। ਮੈਂ ਖਿਮਾ ਕਿਵੇਂ ਮੰਗ ਸਕਦਾ, ਉਹਦੇ ਅੰਦਰ ਵੀ ਈਗੋ ਬਹੁਤ ਵੱਡੀ ਹੈ। ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੁੰਦਾ, ਇਹ 2 ਮਸਲੇ ਸੀ ਅੱਡੋ ਅੱਡ। ਇੱਕ ਗੋਲੀ ਕਾਂਡ, ਬਹਿਮਲ ਕਲਾਂ ਗੋਲੀ ਕਾਂਡ ਹੁੰਦਾ। ਇੱਕ ਕੋਟਕਪੂਰਾ ਦੇ ਵਿੱਚ 2 ਸਕੇ ਭਰਾਵਾਂ ਨੂੰ ਚੁੱਕਿਆ ਜਾਂਦਾ 5 ਗਰਾਈਆਂ ਜੀ। ਤੇ ਤੀਸਰਾ ਮਸਲਾ ਇਹ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੁਰਜ ਜਵਾਰਕੇ ਦੇ ਵਿੱਚੋਂ ਚੋਰੀ ਕਰਕੇ ਤੇ ਬੇਅਦਬੀ ਹੋਣੀ ਜੀ। ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਕਿਉਂ ਪੁਲਿਸ ਨੇ ਤਾਂ ਉਹੀ ਕੰਮ ਕਰਨਾ ਜੋ ਸਰਕਾਰ ਕਹਿੰਦੀ। ਬਾਦਲ ਸੁਖਬੀਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕਹਿਰ ਢਾਇਆ ਗਿਆ, ਮੈਂ ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਕਿ ਵਾਹਿਗੁਰੂ ਨੇ ਉਹਨਾਂ ਨੌਜਵਾਨਾਂ ਨੂੰ ਦ੍ਰਿੜਤਾ ਬਖਸ਼ੀ। ਸਾਰਾ ਪਿੰਡ ਇੱਕੋ ਮੋਰੀ ਲੰਘ ਗਿਆ। ਪਿੰਡ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਉਹਨਾਂ ਨੌਜਵਾਨਾਂ ਨਾਲ ਖੜ ਕੇ, ਸਰਪੰਚ ਨੇ ਵੀ ਕਿਹਾ ਹੈ ਸਾਡੇ ਮੁੰਡੇ ਇਹੋ ਜਿਹੇ ਨਹੀਂ ਹਨ। ਜੇ ਕਿਤੇ ਸਰਕਾਰ ਵੱਲੋਂ ਜਿਹੜੀ ਬੁਣੀ ਹੋਈ ਇਹ ਬਿਉਂਤ ਸੀ, ਇਹਦੇ ਵਿੱਚ ਸਰਕਾਰ ਸਫਲ ਹੋ ਜਾਂਦੀ, ਏਡਾ ਵੱਡਾ ਧੱਬਾ ਸਿੱਖ ਸਮਾਜ ਤੇ ਲੱਗ ਜਾਣਾ ਸੀ ਕਿ ਸਦੀਆਂ ਤੱਕ ਉਹ ਧੱਬਾ ਨਹੀਂ ਸੀ ਲੈਣਾ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਆ ਫੇਰ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਅੱਜ ਤੋਂ 9 ਸਾਲ 10 ਸਾਲ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਨੂੰ ਲੈ ਕੇ ਗੱਲਬਾਤ ਹੋਵੇਗੀ, ਕਿਉਂਕਿ ਉਸ ਵਕਤ ਜਿਨ੍ਹਾਂ ਲੋਕਾਂ ਨੇ ਤਸ਼ੱਦਦ ਝੱਲਿਆ ਉਹਨਾਂ ਲੋਕਾਂ ਦੇ ਨਾਲ ਅਸੀਂ ਲਗਾਤਾਰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਸਾਡੇ ਨਾਲ ਇਸ ਵਕਤ ਹਰਜਿੰਦਰ ਸਿੰਘ ਮਾਝੀ ਜਿਹੜੇ ਕਿ ਸਿੱਖ ਪ੍ਰਚਾਰਕ ਨੇ, ਕਥਾਵਾਚਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ, ਜਿਵੇਂ 9 ਸਾਲ ਬੀਤ ਚੁੱਕੇ ਨੇ, 2015 ਤੋਂ 2024 ਦਾ ਜੇਕਰ ਆਪਾਂ ਪੈਂਡਾ ਤੈਅ ਕਰੀਏ ਤਾਂ ਸਰਕਾਰਾਂ ਵੀ 3 ਬਦਲ ਗਈਆਂ ਵਿੱਚੋਂ ਦੀ, ਤੇ 4 ਮੁੱਖ ਮੰਤਰੀ ਬਦਲ ਗਏ ਨੇ ਜੀ। ਸਿੱਖ ਕੌਮ ਨੂੰ ਕਿਤੇ ਇਨਸਾਫ ਮਿਲਿਆ? ਸਿੱਖ ਕੌਮ ਨੂੰ ਜਿਹੜਾ ਇਨਸਾਫ ਹੈ ਉਹ ਮੈਨੂੰ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਹੀ ਹਮੇਸ਼ਾ ਮਿਲਦਾ ਰਿਹਾ, ਤੇ ਸਾਨੂੰ ਉਮੀਦ ਵੀ ਅਕਾਲ ਪੁਰਖ ਤੇ ਹੈ ਕਿ ਉਹਨਾਂ ਵੱਲੋਂ ਹੀ ਮਿਲਣਾ ਹੈ ਹਮੇਸ਼ਾ। ਤੇ ਜਿਹੜੇ, ਕਿਉਂਕਿ ਇਨਸਾਫ ਕਰਨ ਦੇ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ, ਵਾਅਦੇ ਕਰਨ ਵਾਲੇ ਲੋਕ ਨੇ ਜੀ, ਉਹਨਾਂ ਨੇ ਤਾਂ ਏਡੇ ਸੈਂਸਿਟਿਵ ਮੁੱਦੇ ਨੂੰ ਸਿਰਫ ਤੇ ਸਿਰਫ ਇੱਕ ਸਿਆਸੀ ਰੋਟੀਆਂ ਸੇਕਣ ਤੱਕ ਸੀਮਿਤ ਰੱਖਿਆ। ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਸੀਗਾ ਜਾਂ ਫਿਰ ਬਾਅਦ ਦੇ ਵਿੱਚ ਹੁਣ ਸਰਕਾਰ ਆ ਗਈ ਭਗਵੰਤ ਮਾਨ ਦੀ, ਇਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਬਿਲਕੁਲ ਡੱਕਾ ਵੀ ਨਹੀਂ ਤੋੜਿਆ ਜੀ। ਪੰਜਾਬ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਦੇ ਪੋਸਟਰ ਲੱਗਦੇ ਨੇ। ਹਾਲਾਂਕਿ ਨਵਾਂ ਇੰਟਰਵਿਊ ਜਿਹੜਾ ਕਿ ਥੋੜ੍ਹੇ ਦਿਨ ਪਹਿਲਾਂ ਆਇਆ ਗਾ ਪ੍ਰਦੀਪ ਕਲੇਰ ਦਾ, ਉਹਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਂਦੇ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਚੋਰੀ ਹੋਇਆ ਹੈ ਜੀ,
ਗੁਰਜਵਾਰ ਸਿੰਘ ਵਾਲਾ ਤੋਂ ਉਸ ਮੌਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਜੀ ਜਿਹੜੇ ਇਹ ਦਾਅਵਾ ਕਰਦੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਕੀੜੀ ਵੀ ਤੁਰਦੀ ਹੈ ਉਹ ਸਾਨੂੰ ਦਿਖਾਈ ਦਿੰਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਫਿਰ 24 ਸਤੰਬਰ ਨੂੰ ਜਿਹੜਾ ਸੀ ਪੋਸਟਰ ਲਾਏ ਗੁਰਜਵਾਰ ਸਿੰਘ ਵਾਲਾ ਤੇ ਬਰਗਾੜੀ, ਜਿਸ ਥਾਂ ਤੋਂ ਮਹਾਰਾਜ ਦਾ ਸਰੂਪ ਚੋਰੀ